Like the video, subscribe to the channel and press the bell icon for latest video updates. ਇਹ ਦਰਸ਼ਕੋ ਜਿਹੜਾ ਤੁਸੀਂ ਦੇਖ ਰਹੇ ਹੋ ਟਵਿੱਟਰ ANI ਦਾ ਹੈਗਾ ਜੋ ਚਾਈਨੀਜ਼ ਨਿਊਜ਼ ਹੈ। ਇੰਡੀਅਨ ਟਰੂਪਸ ਔਨ ਮੰਡੇ ਸੀਰੀਅਸਲੀ ਵਾਇਲੇਟਡ ਕੰਸੈਂਸਸ ਆਫ ਦਾ ਟੂ ਸਾਈਡਸ ਬਾਈ ਇਲੀਗਲੀ crossing the border twice and carrying out provocative attacks on Chinese soldiers, resulting in serious physical clashes. China's Global Times quotes their foreign minister। ਇਹ 20 ਮਿੰਟ ਪਹਿਲੇ ਦੀ ਨਿਊਜ਼ ਹੈਗੀ ਆ, ਜਦੋਂ ਉਦੋਂ ਕੀਤਾ ਸੀ ਉਦੋਂ 2 ਮਿੰਟ ਪਹਿਲਾਂ ਆਈ ਸੀ, ਮੈਂ ਐਡਿਟ ਕਰ ਰਿਹਾ ਸੀ। ਇਹ ਹੁਣ ਤੁਸੀਂ ਦੇਖ ਰਹੇ ਹੋ ਉਹ ਇੰਡੀਅਨ ਲਾਈਨ ਲਿਖਿਆ ਹੈਗਾ, ਫਿਰ ਚਾਈਨੀਜ਼ ਲਾਈਨ ਲਿਖਿਆ, ਫਿਰ ਰਾਈਟ ਸਾਈਡ 'ਤੇ ਫਿਰ ਇੰਡੀਆ ਕਹਿੰਦਾ ਵੀ ਸਾਡਾ ਇੱਥੇ ਤਾਂ ਹੀ ਕਲੇਮ ਆ। ਚਾਈਨੀਜ਼ ਇੰਡੀਆ ਵਾਲੀ ਸਾਈਡ 'ਤੇ ਕਰਦੇ ਆ ਵੀ ਸਾਡਾ ਇੱਥੇ ਤਾਂ ਹੀ ਕਲੇਮ ਹੈਗਾ। ਇਹ ਕੰਟਰੋਵਰਸੀ ਚੱਲ ਰਹੀ ਹੈਗੀ ਆ ਲਦਾਖ ਵਾਲੇ ਅਤੇ ਹੋਰ ਜਿਹੜਾ ਬਾਰਡਰ LAC ਦਾ ਲਾਈਨ ਆਫ ਐਕਚੁਅਲ ਕੰਟਰੋਲ। ਇਸ ਤਰ੍ਹਾਂ ਅਗਲੇ ਮੈਪ ਵਿੱਚ ਤੁਸੀਂ ਦੇਖੋਗੇ ਇਹ ਹੈਗਾ ਪਾਕਿਸਤਾਨ ਨੇ ਜਿਹੜਾ ਉਹਨਾਂ ਨੂੰ ਏਰੀਆ ਦੇ ਦਿੱਤਾ, ਜਿਹੜਾ ਹੈਗਾ ਸੀਡਡ ਬਾਈ ਪਾਕਿਸਤਾਨ ਟੂ ਚਾਈਨਾ। ਇੱਦਾਂ ਹੀ ਰਾਈਟ ਸਾਈਡ 'ਤੇ ਸਾਈਚਿਨ ਗਲੇਸ਼ੀਅਰ, ਇਹ ਰਾਈਟ ਸਾਈਡ 'ਤੇ ਪੂਰਾ ਚਾਈਨਾ ਹੈਗਾ। ਫਿਰ ਅਕਸ਼ਾਈ ਚਿਨ ਜਿਹੜਾ ਚਾਈਨੀਜ਼ ਐਡਮਿਨਿਸਟ੍ਰੇਟਡ ਹੈਗਾ, ਫਿਰ ਗਲਵਾਨ ਵੈਲੀ ਹੈਗਾ, ਇਹ ਲਾਈਨ ਆਫ ਐਕਚੁਅਲ ਕੰਟਰੋਲ ਹੈ। ਇਸ ਤਰ੍ਹਾਂ ਹੀ ਹੌਟ ਸਪਰਿੰਗਸ, ਪੈਂਗੋਂਗ ਲੇਕ, ਇਹ ਸਾਰੇ ਕੰਟਰੋਵਰਸੀ ਆ। ਰੇਟਸ ਨਿਊਜ਼ ਹੈਗੀ ਆ 1 ਆਰਮੀ ਆਫਸਰ 2 ਜਵਾਨ ਕਿਲਡ ਇਨ ਵਾਇਲੈਂਟ ਫੇਸ ਆਫ ਵਿਦ ਚਾਈਨਾ ਟਰੂਪਸ। ਹੋਪ ਸਿਚੁਏਸ਼ਨ ਡਜ਼ ਨਾਟ ਗੋ ਆਊਟ ਆਫ ਹੈਂਡਸ ਐਂਡ ਇਟ ਡਜ਼ ਨਾਟ ਟਰਨ ਇਨ ਟੂ ਏ ਲਿਮਟਡ ਔਰ ਅਨਲਿਮਟਡ ਵਾਰ। ਇਹ ਜਿਹੜਾ ਲਦਾਖ ਵਾਲੀ ਸਾਈਡ ਦਾ ਮੈਪ ਹੈਗਾ ਜਿੱਥੇ ਐਕਚੁਅਲ ਜਿਹੜੇ ਕਲੈਸ਼ਜ਼ ਹੋਏ ਹੈਗੇ ਆ, ਇੰਡੀਅਨ ਸਾਈਡ ਦੇ ਜਿਹੜੇ ਹੈਗੇ ਕੈਜੂਅਲਟੀ ਹੋਈ ਹੈਗੀ ਆ। ਤੋ ਇਹ ਸਾਰਾ ਇਸ਼ੂ ਕੀ ਹੈਗਾ, ਜਾਂ ਜਿਹੜੀਆਂ ਚਾਈਨੀਜ਼ ਐਪਸ ਹੈਗੀਆਂ ਉਹ ਇੰਡੀਅਨ ਕਿਉਂ ਅਵੇਅਰ ਨਹੀਂ, ਇਹਦੇ ਬਾਰੇ ਗੱਲਬਾਤ ਕਰਾਂਗੇ। ਪੁਨੀਤ ਓਬਰਾਏ ਜੀ ਨਾਲ ਡਿਟੇਲ ਵਿੱਚ ਗੱਲ ਕਰਦੇ ਹਾਂ। ਦਰਸ਼ਕੋ, ਜਦੋਂ ਦਾ ਕਰੋਨਾ ਵਾਇਰਸ ਦਾ ਚੱਕਰ ਪਿਆ ਹੈਗਾ ਤੇ ਇਲਜ਼ਾਮ ਹੈਗਾ ਇਹਦੇ ਲਈ ਚਾਈਨਾ ਰਿਸਪੋਂਸੀਬਲ ਹੈਗਾ ਪੂਰੇ ਵਰਲਡ ਓਵਰ ਸਪਰੈਡ ਕਰਨ ਵਿੱਚ। ਇੱਥੇ ਤੁਹਾਨੂੰ ਪਤਾ ਜੇ ਆਪਾਂ ਇੰਡੀਆ ਦੀ ਗੱਲ ਕਰੀਏ, ਲੋਕਡਾਊਨ ਹੋਇਆ 2 ਮਹੀਨੇ ਦਾ, ਜਿਹਦੇ ਕਰਕੇ ਇਕੋਨਮੀ ਅਰਥ ਵਿਵਸਥਾ ਬਿਲਕੁਲ ਖਰਾਬ ਹੋ ਗਈ। ਚਾਹੇ ਮਜ਼ਦੂਰ ਸੀ, ਚਾਹੇ ਟ੍ਰੇਡਰ ਸੀ, ਚਾਹੇ ਬਿਜ਼ਨਸਮੈਨ ਸੀ, ਸਾਰਿਆਂ ਨੂੰ ਬਹੁਤ ਵੱਡਾ ਇਕਨੋਮਿਕ ਲਾਸ ਹੋਇਆ ਹੈਗਾ। ਇਹਦੇ ਨਾਲ ਨਾਲ ਜਿਹੜਾ ਚਾਈਨਾ ਹੈਗਾ ਅੰਤਰਰਾਸ਼ਟਰੀ ਪੱਧਰ 'ਤੇ ਵੀ ਜਿਹੜੀ ਭਾਰਤ ਦਾ ਜਿਹੜਾ ਹੈਗਾ ਹਮੇਸ਼ਾ ਮੁਖਾਲਫਤ ਵਿਰੋਧਤਾ ਕਰਦਾ ਰਿਹਾ ਹੈਗਾ, ਚਾਹੇ UN ਸਿਕਿਉਰਿਟੀ ਕਾਊਂਸਲ ਦਾ ਪਰਮਾਨੈਂਟ ਮੈਂਬਰ ਹੋ ਗਏ ਜਾਂ ਕੋਈ ਜਿਹੜੇ ਅੱਤਵਾਦੀ ਪਾਕਿਸਤਾਨ ਜਾਂ ਐਡਜੋਇਨਿੰਗ ਕੰਟਰੀਜ਼ ਵਿੱਚ ਛੁਪੇ ਹੋਏ ਹੈਗੇ, ਉਹਨਾਂ ਦੀ ਇੰਡੀਆ ਵਿੱਚ ਐਂਟਰੀ ਬਲੌਕ ਕਰਦਾ ਰਿਹਾ ਹੈਗਾ। ਹੁਣ ਆਮ ਕੰਸੈਂਸਸ ਲੋਕਾਂ ਵਿੱਚ ਬਣ ਰਿਹਾ ਹੈਗਾ ਵੀ ਜਿਹੜੀਆਂ ਚਾਈਨਾ ਦੀਆਂ ਵੱਖ-ਵੱਖ ਸੌਫਟਵੇਅਰ ਹੈਗੇ, ਜਿਵੇਂ ਟਿਕਟੋਕ ਹੈਗਾ, ਜ਼ੂਮ ਹੈ ਜਾਂ ਹੋਰ ਹੈਗਾ, ਉਹਦੇ ਬਾਰੇ ਲੋਕੀ ਥੋੜ੍ਹਾ ਜਿਹਾ ਅਲਰਟ ਹੋਣ ਤੇ ਇੰਡੀਅਨ ਚੀਜ਼ਾਂ ਦੀ ਜਿਹੜੀ ਪ੍ਰੋਡਕਟ ਸਾਡੀਆਂ ਆਪ ਬਣੀਆਂ ਹੈਗੀਆਂ ਉਹਦੇ ਬਾਰੇ ਅਵੇਅਰ ਹੋਣ, ਉਹ ਜ਼ਿਆਦਾ ਖਰੀਦਣ ਤਾਂ ਕਿ ਐਟਲੀਸਟ ਇੰਡੀਅਨ ਇਕੋਨਮੀ ਨੂੰ ਬੂਸਟ ਮਿਲੇ। ਇਸ ਵਿਸ਼ੇ 'ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਸ਼੍ਰੀ ਪੁਨੀਤ ਓਬਰਾਏ ਜੀ, ਜੋ ਕਿ ਬੜੇ ਰਿਪਿਊਟਡ ਚਾਰਟਰਡ ਅਕਾਊਂਟੈਂਟ ਨੇ, ਤੇ ਇੱਕ ਇਹਨਾਂ ਨੇ ਬਹੁਤ ਅੱਛੀ NGO ਬਣਾਈ ਹੈਗੀ ਆ, ਸੋਸ਼ਲ ਕੰਮ ਕਰਦੀ ਆ, ਡੈਮੋਕ੍ਰੈਟਿਕ ਕਾਊਂਸਲ, ਉਹਦੇ ਵੀ ਕਰਤਾ ਨੇ। ਪ੍ਰੀਤ ਜੀ, ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਜੀ। ਜਿੰਨਾ ਕੁ ਜਦੋਂ COVID-19 ਦਾ ਜਿਹੜਾ ਬਿਮਾਰੀ ਆਈ ਹੈਗੀ, ਜਿਹਦੇ ਕਰਕੇ ਬਹੁਤ ਆਲ ਓਵਰ ਦੀ ਵਰਲਡ ਨੁਕਸਾਨ ਹੋਇਆ, ਆਪਾਂ ਇੰਡੀਆ ਦੇ ਪੰਜਾਬ ਪੁਆਇੰਟ ਆਫ ਵਿਊ ਨਾਲ ਦੇਖਿਆ ਜਾਵੇ, ਅਰਥ ਵਿਵਸਥਾ ਬੜੀ ਤਹਿਸ ਨਹਿਸ ਹੋ ਗਈ ਹੈਗੀ ਆ। ਇਹ ਜਿਹੜਾ ਯੰਗਸਟਰ ਹੈਗੇ ਆ ਜਾਂ ਜਿਹੜੇ ਸਾਡੇ ਬਹੁਤ ਸਾਰੇ ਲੋਕੀ ਅਜੇ ਵੀ ਜਿਹੜੇ ਚਾਈਨੀਜ਼ ਪ੍ਰੋਡਕਟ ਦੇ ਬਹੁਤ ਸਾਰਿਆਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਇਹ ਕੀ ਹੈ ਕੀ ਨਹੀਂ। ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿਹੜੀਆਂ ਕਿਹੜੀਆਂ ਚਾਈਨੀਜ਼ IT ਦੇ ਸੌਫਟਵੇਅਰ ਹੈਗੇ ਆ ਜਿਹੜੇ ਕਿ ਅਸੀਂ ਅਵੋਇਡ ਕਰ ਸਕਦੇ ਹਾਂ, ਉਹਨਾਂ ਦੇ ਆਲਟਰਨੇਟਿਵ ਹੋਰ ਸੌਫਟਵੇਅਰ ਅਸੀਂ ਯੂਜ਼ ਕਰ ਸਕਦੇ ਹੈਗੇ। ਦੇਖੋ, ਮੈਂ ਦੋਸਤੋ ਇਹ ਦੱਸਣਾ ਚਾਹਾਂਗਾ ਕਿ ਚਾਈਨਾ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਇੰਨਾ ਅੰਦਰ ਘੁਸ ਚੁੱਕਾ ਹੈ ਕਿ ਇਹਨੂੰ ਅਸੀਂ ਚਾਹੁੰਦੇ ਨਾ ਚਾਹੁੰਦੇ ਵੀ ਇੰਨਾ ਇਸਤੇਮਾਲ ਕਰਨ ਲੱਗ ਪਏ ਹਾਂ ਕਿ ਸਾਨੂੰ ਕਈ ਵਾਰੀ ਤਾਂ ਅੱਖਾਂ ਮੀਟ ਕੇ ਅਸੀਂ ਯੂਜ਼ ਕਰ ਰਹੇ ਹਾਂ ਅਤੇ ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਇਹ ਚਾਈਨੀਜ਼ ਚੀਜ਼ ਹੈਗੀ ਹੈ ਔਰ ਅਸੀਂ ਇਹਨੂੰ ਇਸਤੇਮਾਲ ਕਰਦੇ ਜਾਂਦੇ ਹਾਂ। ਲੇਕਿਨ ਸਭ ਤੋਂ ਵੱਡਾ ਡੇਂਜਰ ਜਿਹੜਾ ਹੈਗਾ ਇਹਦੇ ਵਿੱਚ ਇਹ ਹੈਗਾ ਕਿ ਚਾਈਨਾ ਜਿਹੜੀ ਹੈਗੀ ਹੈ ਉਹ ਇੱਕ ਡਿਕਟੇਟਰਸ਼ਿਪ ਕੰਟਰੀ ਹੈ ਔਰ ਉੱਥੇ ਇੰਨਾ ਕਲੋਜ਼ ਇਨਵਾਇਰਮੈਂਟ ਹੈ ਔਰ ਉੱਥੇ ਲਾਜ਼ ਇੰਨੇ ਸਟ੍ਰਿੰਜੈਂਟ ਨੇ ਕਿ ਉੱਥੇ ਦੀ ਜਿਹੜੀ ਵੀ ਚਾਈਨੀਜ਼ ਕੰਪਨੀ ਹੈ ਉੱਥੇ ਕੋਈ ਬਿਜ਼ਨਸਮੈਨ ਨਹੀਂ ਹੈ, ਕੋਈ ਬਿਜ਼ਨਸ ਕਮਿਊਨਿਟੀ ਨਹੀਂ ਹੈ। ਐਵਰੀਥਿੰਗ ਇਨ ਚਾਈਨਾ ਇਜ਼ ਓਨਡ ਬਾय ਦ ਗਵਰਨਮੈਂਟ ਓਨਲੀ।
ਸੋ ਐਵਰੀ ਕਾਰਪੋਰੇਸ਼ਨ, ਐਵਰੀ ਕੰਪਨੀ ਇਨ ਚਾਈਨਾ ਉਹ ਜਿਹੜੀ ਹੈਗੀ ਹੈ ਉਹ ਸਾਰੀ ਗਵਰਨਮੈਂਟ ਦੀ, ਸਰਕਾਰ ਦੀਆਂ ਹੀ ਕੰਪਨੀਆਂ ਹੈਗੀਆਂ, ਔਰ ਉਹਨਾਂ ਦੇ ਕੋਲ ਇੱਕ ਅੰਡਰਟੇਕਿੰਗ ਸਾਈਨ ਹੁੰਦੀ ਹੈ ਕਿ ਵੀ ਤੁਸੀਂ ਸਾਰਾ ਡਾਟਾ ਆਪਣਾ ਸ਼ੇਅਰ ਕਰੋਗੇ ਚਾਈਨੀਜ਼ ਗਵਰਨਮੈਂਟ ਦੇ ਨਾਲ। ਔਰ ਇੱਥੇ ਤੱਕ ਤੁਸੀਂ ਦੇਖੋ ਕਿ ਜਿਹੜੀ ਮਲਟੀਨੈਸ਼ਨਲ ਕੰਪਨੀਆਂ ਵੀ ਉੱਥੇ ਕੰਮ ਕਰ ਰਹੀਆਂ, ਮਲਟੀਨੈਸ਼ਨਲ ਕੰਪਨੀ ਨੂੰ ਵੀ ਇਹ ਸਾਰੀਆਂ ਰੂਲਸ ਔਰ ਰੈਗੂਲੇਸ਼ਨਸ ਨੂੰ ਕੰਪਲਾਈ ਕਰਨਾ ਪੈਂਦਾ, ਜਿਹਦੇ ਬਿਨਾ ਉਹਨਾਂ ਨੂੰ ਲਾਇਸੈਂਸ ਨਹੀਂ ਮਿਲਦਾ। ਇਹਦਾ ਸਭ ਤੋਂ ਵੱਡਾ ਮੈਂ ਇਹਦਾ ਐਗਜ਼ਾਮਪਲ ਦਿੰਦਾ, ਤੁਸੀਂ ਦੇਖੋ ਚਾਈਨਾ ਦੇ ਵਿੱਚ ਫੇਸਬੁੱਕ ਬੈਨ ਹੈ, WhatsApp ਬੈਨ ਹੈ ਉੱਥੇ। ਉਹਦਾ ਕਾਰਨ ਇਹ ਹੈਗਾ ਕਿ ਇਹ ਇੰਟਰਨੈਸ਼ਨਲ ਲੈਵਲ ਦੀ ਕੰਪਨੀਆਂ ਸੀਗੀਆਂ, ਇਹਨਾਂ ਨੇ ਚਾਈਨਾ ਦੇ ਸਪੈਸੀਫਿਕ ਤਰੀਕੇ ਦੇ ਨਾਲ ਆਪਣੇ ਪਾਲਿਸੀਜ਼ ਨੂੰ ਚੇਂਜ ਨਹੀਂ ਕੀਤਾ ਤੇ ਚਾਈਨਾ ਨੇ ਇਹਨਾਂ ਨੂੰ ਬੈਨ ਕਰ ਦਿੱਤਾ, ਕਿਉਂਕਿ ਇਹ ਡਾਟਾ ਸ਼ੇਅਰ ਨਹੀਂ ਕਰਦੀ ਚਾਈਨਾ ਗਵਰਨਮੈਂਟ ਦੇ ਨਾਲ। ਔਰ ਇਹਨਾਂ ਨੂੰ ਕਾਊਂਟਰ ਕਰਨ ਲਈ ਉਹਨਾਂ ਨੇ ਆਪਣੇ ਐਪ ਲਾਂਚ ਕਰ ਦਿੱਤੇ ਨੇ, ਜਿਹਦੇ ਬੇਸਿਸ ਦੇ ਉੱਪਰ ਇਹ ਆਪਣੇ ਕੋਲ ਡਾਟਾ ਸ਼ੇਅਰ ਕਰ ਸਕਣ। ਮੈਂ ਪਿੱਛੇ ਕਾਫੀ ਇਹਦੇ ਉੱਪਰ ਰਿਸਰਚ ਕੀਤੀ, ਸੋਨਮ ਵਾਂਗਚੁਕ ਜੀ ਨੇ ਇੱਕ ਬੜੀ ਅੱਛੀ ਮੁਹਿੰਮ ਚਾਲੂ ਕੀਤੀ ਸੀਗੀ, ਬਾਈਕਾਟ ਮੇਡ ਇਨ ਚਾਈਨਾ। ਔਰ ਮੈਨੂੰ ਇਹ ਬੜੇ ਉਹਨਾਂ ਦਾ ਵੀ ਉਹ ਦੇਖਿਆ ਸੀ ਪੂਰਾ, ਉਹ ਜਿਹੜਾ ਲਦਾਖ ਵਾਲੇ ਲਦਾਖ ਵਾਲੇ ਜਿਹੜੇ ਕਿ ਨੇ, ਹਾਂਜੀ ਉਹਨਾਂ ਦੀ ਗੱਲਾਂ ਵੀ ਮਨ ਨੂੰ ਛੂ ਗਈਆਂ। ਔਰ ਮਨ ਦੇ ਵਿੱਚ ਕਾਫੀ ਦੇਰ ਤੋਂ ਪਹਿਲਾਂ ਤੋਂ ਹੀ ਹਮੇਸ਼ਾ ਇੱਕ ਸੀਗਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਵੀ ਕਿਹਾ ਕਿ ਆਤਮ ਨਿਰਭਰਤਾ ਸਾਡੇ ਭਾਰਤ ਨੂੰ ਹੀ ਦੁਬਾਰਾ ਸਿਰ ਚੁੱਕਣ ਦਾ ਇੱਕ ਮੌਕਾ ਦੇ ਸਕਦੀ ਹੈ, ਤੇ ਉਹਨੂੰ ਧਿਆਨ ਦਿੰਦੇ ਹੋਏ ਅਸੀਂ ਸੋਚਿਆ ਕਿ ਸਭ ਤੋਂ ਪਹਿਲਾਂ ਕੀ ਕੰਮ ਕੀਤਾ ਜਾਏ। ਸਭ ਤੋਂ ਪਹਿਲਾਂ ਇਹ ਕੰਮ ਕੀਤਾ ਜਾਏ ਕਿ ਅਸੀਂ ਆਪਣੇ ਮੋਬਾਈਲ ਦੇ ਵਿੱਚੋਂ ਉਹ ਐਪ ਡਿਲੀਟ ਕਰ ਦਈਏ ਜਿਹੜੀਆਂ ਐਪ ਚਾਈਨਾ ਦੇ ਵਿੱਚ ਬਣੀਆਂ ਹੋਈਆਂ, ਕਿਉਂਕਿ ਜਿਹੜਾ ਚਾਈਨਾ ਦਾ ਐਪ ਹੈ ਉਹ ਇੱਕ ਐਪ ਨਾਲੋਂ ਜ਼ਿਆਦਾ ਇੱਕ ਸਪਾਈਵੇਅਰ ਹੈ। ਸਪਾਈਵੇਅਰ ਇੱਕ ਐਦਾਂ ਦੀ ਇੱਕ ਪ੍ਰੋਗਰਾਮ ਹੈ ਜਿਹੜਾ ਤੁਹਾਡੇ ਐਪ ਦੇ ਵਿੱਚ, ਤੁਹਾਡੇ ਮੋਬਾਈਲ ਫੋਨ ਦੇ ਵਿੱਚ ਜਾ ਕੇ ਸਿਰਫ ਉਹ ਕੰਮ ਨਹੀਂ ਕਰਦਾ ਜਿਹੜਾ ਤੁਹਾਨੂੰ ਨਜ਼ਰ ਆਉਂਦਾ ਹੈ, ਬਲਕਿ ਉਸ ਤੋਂ ਬਹੁਤ ਜ਼ਿਆਦਾ ਚੀਜ਼ਾਂ ਤੁਹਾਡੇ ਮੋਬਾਈਲ ਫੋਨ ਤੋਂ ਚੁਰਾ ਕੇ ਡਾਟਾ ਤੁਹਾਨੂੰ ਦੇ ਦਿੰਦਾ, ਲੋਕਾਂ ਨੂੰ ਦੇ ਦਿੰਦਾ। ਤੁਹਾਡੀ ਸੀਕ੍ਰੇਸੀ ਸਾਰੀ ਮਤਲਬ ਆਊਟ ਹੋ ਸਕਦੀ ਹੈ ਮੋਬਾਈਲ ਦੀ ਲਿੰਕ ਹੋਈ ਹੈ। ਮੈਂ ਛੋਟੀ ਜਿਹੀ ਐਗਜ਼ਾਮਪਲ ਦੇਣਾ, ਪਿੱਛੇ ਮੈਂ ਇੱਕ ਵੀਡੀਓ ਵੀ ਦੇਖ ਰਿਹਾ ਸੀਗਾ, ਟਿਕਟੌਕ ਇੱਕ ਬੜਾ ਪਪੂਲਰ ਐਪ ਹੈਗਾ ਹੈ ਜਿਹੜੇ ਸਾਡੇ ਮੋਬਾਈਲ ਫੋਨ ਤੇ ਜਾਂਦਾ ਹੈ। ਟਿਕਟੌਕ ਤੁਹਾਡਾ ਜਿਹੜਾ ਕੀ ਸਟ੍ਰੋਕ ਦੀ ਤੁਹਾਡੀ ਹਿਸਟਰੀ ਹੈ ਉਹ ਵੀ ਡਾਟਾ ਚੁਰਾ ਕੇ ਉਹ ਅੱਗੇ ਡਾਟਾਬੇਸ 'ਚ ਲੈ ਕੇ ਜਾਂਦਾ, ਕਿ ਯਾਨੀ ਕਿ ਤੁਸੀਂ ਆਪਣੇ ਮੋਬਾਈਲ ਫੋਨ ਦੇ ਵਿੱਚ ਕੀ ਟਾਈਪ ਕਰ ਰਹੇ ਹੋ ਉਹ ਡਾਟਾ ਵੀ ਟਿਕਟੌਕ ਕੈਪਚਰ ਕਰਦਾ, ਉਹਨਾਂ ਨੂੰ ਪਤਾ ਲੱਗ ਸਕਦਾ ਹੈਗਾ। ਹਾਂਜੀ ਯੈਸ, ਤੁਸੀਂ ਲੋਕੇਸ਼ਨ ਤੁਹਾਡੀ ਕੀ ਹੈ, ਤੁਸੀਂ ਉਹ ਜਿਹੜੀ ਲੋਕੇਸ਼ਨ ਜਿਹੜੀ ਜਾਂਦੀ ਹੈ ਟਿਕਟੌਕ ਦੇ ਰਾਹੀਂ, ਉਹ ਤੁਹਾਡੇ ਮੋਬਾਈਲ ਫੋਨ ਦੇ GPS ਦੇ ਥਰੂ ਨਹੀਂ ਜਾਂਦੀ, ਉਹ ਸਿਮ ਕਾਰਡ ਦੇ ਥਰੂ ਜਾਂਦੀ ਹੈ। ਤੁਸੀਂ ਇਹ ਦੇਖ ਸਕਦੇ ਹੋ ਕਿ ਸਿਮ ਕਾਰਡ ਦੇ ਜਿਹੜੇ ਕੋਡੀਫਿਕੇਸ਼ਨ ਹੈ ਉਹ ਵੀ ਸਾਰਾ ਡਾਟਾ ਚੁਰਾ ਕੇ ਟਿਕਟੌਕ ਆਪਣੇ ਡਾਟਾ ਵਿੱਚ ਸਟੋਰ ਕਰਦਾ ਪਿਆ, ਔਰ ਯੂਜ਼ਰਸ ਨੂੰ ਪਤਾ ਵੀ ਨਹੀਂ ਹੈਗਾ ਕਿ ਇੰਨਾ ਕੁਝ ਡਾਟਾ ਉਹਦੇ ਥਰੂ ਜਾ ਰਿਹਾ। ਅੱਛਾ। ਔਰ ਇਸ ਤਰ੍ਹਾਂ ਹੀ ਆ ਜਿਹੜੀ ਜ਼ੂਮ ਐਪ ਹੈਗੀ ਆ ਜਾਂ ਹੋਰ, ਜ਼ੂਮ ਤਾਂ ਹੁਣ ਇੱਥੇ ਇੰਡੀਆ ਵਿੱਚ ਵੀ ਵੀਡੀਓ ਕਾਨਫਰੰਸ ਜਾਂ ਵੈਬੀਨਾਰ ਲਈ ਕਾਫੀ ਯੂਜ਼ ਹੁੰਦੀ ਹੈਗੀ, ਮਗਰ ਲੋਕਾਂ ਨੂੰ ਪਤਾ ਨਹੀਂ ਇਹਦੇ ਬਾਰੇ। ਜ਼ੂਮ ਜਿਹੜੀ ਹੈਗੀ ਹੈ ਇਹਨੂੰ ਕਲੇਮ ਕਰਦੀ ਹੈ ਕੰਪਨੀ ਕਿ ਅਸੀਂ ਚਾਈਨੀਜ਼ ਕੰਪਨੀ ਨਹੀਂ ਹੈਗੇ, ਅਸੀਂ ਅਮਰੀਕਨ ਕੰਪਨੀ ਹੈ। ਇੱਕ ਚਾਈਨੀਜ਼ ਹੈ ਜਿਹੜਾ ਅਮਰੀਕਾ ਦੇ ਵਿੱਚ ਸੈਟਲ ਹੋ ਗਿਆ ਸੀਗਾ ਬਹੁਤ ਸਾਲ ਪਹਿਲਾਂ, ਔਰ ਉਹਨੇ ਇਹ ਕੰਪਨੀ ਸਟਾਰਟ ਕੀਤੀ ਸੀਗੀ। ਲੇਕਿਨ ਇਹਦੇ ਵਿੱਚ ਬੜੀ ਖਤਰਨਾਕ ਚੀਜ਼ ਇਹ ਹੈਗੀ ਹੈ ਕਿ ਜ਼ੂਮ ਦੇ ਜਿੰਨੇ ਵੀ ਸਰਵਰ ਹੈਗੇ ਨੇ ਉਹ ਸਾਰਾ ਚਾਈਨਾ 'ਚ ਹੈਗਾ। ਜ਼ੂਮ ਨੇ ਸੁਪਰਫਿਸ਼ੀਅਲੀ ਇੱਕ ਆਪਣੀ ਕੰਪਨੀ ਫਾਰਮ ਕੀਤੀ ਹੋਈ ਹੈ ਅਮਰੀਕਾ ਦੇ ਵਿੱਚ, ਲੇਕਿਨ ਸਾਰਾ ਟ੍ਰੈਫਿਕ ਜਿਹੜਾ ਹੈਗਾ ਉਹ ਚਾਈਨਾ ਦੇ ਥਰੂ ਰੂਟ ਹੁੰਦਾ ਪੂਰੇ ਵਰਲਡ 'ਚ, ਔਰ ਡੈਫੀਨੇਟਲੀ ਉਹਨੂੰ ਚਾਈਨਾ ਦੇ ਰੂਲਸ ਰੈਗੂਲੇਸ਼ਨ ਨਾਲ ਫੋਲੋ ਕਰਨਾ ਪੈਂਦਾ। ਤੁਸੀਂ ਆਲਟਰਨੇਟਿਵ ਦੀ ਗੱਲ ਕਰ ਰਹੇ ਸੀਗੇ, ਮੈਂ ਵੀ ਸ਼ੁਰੂ ਦੇ ਵਿੱਚ ਜਦੋਂ ਇਹ ਲਾਕਡਾਊਨ ਹੋਇਆ ਤੇ ਅਸੀਂ ਬੜੇ ਸਾਰੇ ਵੈਬੀਨਾਰ ਜ਼ੂਮ ਦੇ ਥਰੂ ਕੀਤੇ, ਲੇਕਿਨ ਮਨ ਦੇ ਵਿੱਚ ਕਸਕ ਸੀਗੀ ਕਿ ਅਸੀਂ ਇਹ ਜ਼ੂਮ ਜਾਂ ਇਦਾਂ ਦੇ ਐਪ ਅਸੀਂ ਕਿਉਂ ਯੂਜ਼ ਕਰਦੇ ਹਾਂ ਜਿਨ੍ਹਾਂ ਦੇ ਥਰੂ ਇੰਨਾ ਰੈਵਨਿਊ, ਇੰਨਾ ਇਨਕਮ ਜਨਰੇਟ ਕਰਕੇ ਸਾਡੀ ਫੌਜਾਂ ਦੇ ਖਿਲਾਫ ਫੌਜ ਖੜੀ ਕਰਕੇ ਉਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਸਾਡੀ ਕੰਟਰੀ ਦੇ ਖਿਲਾਫ। ਔਰ ਬਹੁਤ ਸਾਰੇ ਐਪਸ ਮੈਂ ਯੂਜ਼ ਕੀਤੇ, ਔਰ ਮੈਂ ਤੁਹਾਨੂੰ ਦੱਸਾਂਗਾ ਕਿ ਬਹੁਤ ਸਾਰੀਆਂ ਇਦਾਂ ਦੀਆਂ ਐਪਸ ਹੈਗੀਆਂ ਜਿਹੜੀਆਂ ਤੁਸੀਂ ਯੂਜ਼ ਕਰ ਸਕਦੇ ਹੋ ਜਿਹੜੀਆਂ ਜ਼ੂਮ ਨਾਲੋਂ ਵੀ ਬੈਟਰ ਹੈਗੀਆਂ। ਜਿੱਦਾਂ ਸਿਸਕੋ ਦੀ ਵੈਬਐਕਸ ਹੈ, ਇੱਕ ਬਹੁਤ ਅੱਛੀ ਐਪ ਹੈ, ਔਰ ਜ਼ੂਮ ਨਾਲੋਂ ਵੀ ਬਹੁਤ ਬੈਟਰ ਹੈ। ਇਹਦੇ ਨਾਲ ਸਿਸਕੋ ਦੀ ਵੈਬਐਕਸ ਸਪੈਲਿੰਗ ਵੀ ਦੱਸ ਦਿਓ ਦਰਸ਼ਕਾਂ ਲਈ ਇਹਦੇ। WEBEX ਵੈਬਐਕਸ। ਤੁਸੀਂ ਇਹਨੂੰ, ਇਹ ਵੀ ਬਿਲਕੁਲ ਉਸੇ ਤਰੀਕੇ ਨਾਲ ਫ੍ਰੀ ਹੈਗੀ ਹੈ ਯੂਜ਼ਰਸ ਵਾਸਤੇ, ਡਿਜੀਟਲ ਯੂਜ਼ਰ ਵਾਸਤੇ, ਜਿੱਦਾਂ ਜ਼ੂਮ ਹੈਗੀ ਹੈ। ਮਾਈਕਰੋਸਾਫਟ ਦੀ ਨਾਲ ਤੁਸੀਂ ਵੈਬੀਨਾਰ ਵਗੈਰਾ ਜਿੰਨਾ 4-5-6 ਬੰਦਿਆਂ ਨਾਲ ਗੱਲਬਾਤ ਕਰ ਸਕਦੇ ਹੋ, 50-100 ਬੰਦਿਆਂ ਦੇ ਵੈਬੀਨਾਰ ਵੀ ਕਰ ਸਕਦੇ ਹੋ ਇਹਦੇ ਨਾਲ, ਬਿਲਕੁਲ ਫ੍ਰੀ ਆਫ ਕਾਸਟ ਹੈਗਾ। ਔਰ ਇਹਦੀ ਫੈਸਿਲਿਟੀਜ਼ ਜ਼ੂਮ ਨਾਲੋਂ ਬੈਟਰ ਹੀ ਹੋਣਗੀਆਂ, ਇਸ ਤੋਂ ਘੱਟ ਨਹੀਂ ਹੈ। ਮੈਂ ਇਹਨੂੰ ਯੂਜ਼ ਕਰ ਰਿਹਾ ਰੀਸੈਂਟਲੀ ਔਰ ਬਹੁਤ ਮੈਂ ਖੁਸ਼ ਇਸ ਐਪ ਨੂੰ ਯੂਜ਼ ਕਰਕੇ ਵੀ। ਇਹਦੇ ਨਾਲ ਮਾਈਕਰੋਸਾਫਟ ਦੀ ਇੱਕ ਐਪ ਆਉਂਦੀ ਹੈ ਜਿਹਨੂੰ ਕਹਿੰਦੇ ਮਾਈਕਰੋਸਾਫਟ ਟੀਮਸ, ਔਰ ਇਹ ਵੀ ਐਪ ਬਹੁਤ ਅੱਛੀ ਹੈ ਵੀਡੀਓ ਕਾਨਫਰੰਸਿੰਗ ਵਾਸਤੇ ਔਰ ਬਹੁਤ ਅੱਛਾ ਕੰਮ ਕਰ ਸਕਦੇ हैं। रिसेंटली गूगल ने गूगल मीट अपनी शुरू कर ली है और वो भी ऐप बहुत सुंदर हैगी है, बड़ी अच्छी एप्लीकेशन होती है।
ਠੀਕ ਠੀਕ ਠੀਕ। ਸਕਾਈਪ ਨਾਲ ਤੇ ਅਸੀਂ ਕਰ ਹੀ ਰਹੇ ਹਾਂ, ਗੱਲ ਕਰ ਰਹੇ ਹਾਂ, ਲੇਕਿਨ ਜਿਹੜੀ ਮਲਟੀਪਲ ਯੂਜ਼ਰਸ ਦੇ ਨਾਲ ਆਪਾਂ ਰਿਕਾਰਡਿੰਗ ਕਰ ਸਕਦੇ ਹਾਂ ਜਾਂ ਅਸੀਂ ਵੈਬੀਨਾਰ ਕਰ ਸਕਦੇ ਹਾਂ, ਉਹਦੇ ਵਾਸਤੇ ਇਹ ਸਾਰੀਆਂ ਐਪਸ ਬਹੁਤ ਅੱਛੀ ਹੈਗੀਆਂ। ਔਰ ਰੀਸੈਂਟਲੀ ਮੈਂ ਤੇ ਸਿਸਕੋ ਵੈਬੈਕਸ ਨੂੰ ਬਹੁਤ ਜ਼ਿਆਦਾ ਯੂਜ਼ ਕਰ ਰਹੇ ਹਾਂ ਐਸ ਕੰਪੇਅਰ ਟੂ ਜ਼ੂਮ। ਔਰ ਇਸ ਦੇ ਨਾਲ ਤੁਸੀਂ ਦੇਖੋ ਕਿ ਅਸੀਂ ਮੋਬਾਈਲ ਫੋਨ ਦੇ ਵਿੱਚ ਇੱਕ ਐਪ ਯੂਜ਼ ਕਰਦੇ ਹਾਂ, ਕੈਮ ਸਕੈਨਰ। ਕੈਮ ਸਕੈਨਰ ਇੱਕ ਇਦਾਂ ਦਾ ਐਪ ਹੈਗਾ ਜਿਹੜਾ ਅਸੀਂ ਮੋਬਾਈਲ ਤੋਂ ਹੀ ਫੋਟੋ ਖਿੱਚ ਕੇ ਉਹਨੂੰ PDF 'ਚ ਕਨਵਰਟ ਕਰਕੇ ਡਾਕੂਮੈਂਟ ਇੱਧਰ ਉੱਧਰ ਭੇਜਦੇ ਹਾਂ, ਔਰ ਅਸੀਂ ਇਹਨੂੰ ਇੰਨਾ ਜ਼ਿਆਦਾ ਯੂਜ਼ ਕਰਦੇ ਹਾਂ, ਪੁੱਛੋ ਕੁਛ ਨਾ। ਲੇਕਿਨ ਇਹਦੇ ਨਾਲੋਂ ਜ਼ਿਆਦਾ ਵਧੀਆ ਸਕੈਨ ਕਰਦਾ ਹੈ ਐਡੋਬ ਸਕੈਨ। ਤੁਸੀਂ ਇੱਕ ਐਪ ਤੁਸੀਂ ਇਹ ਡਾਊਨਲੋਡ ਕਰੋ ਆਪਣੇ ਮੋਬਾਈਲ ਫੋਨ ਦੇ ਉੱਪਰ, ਔਰ ਐਡੋਬ ਸਕੈਨ ਕੈਮ ਸਕੈਨਰ ਨਾਲੋਂ ਜ਼ਿਆਦਾ ਵਧੀਆ ਸਕੈਨਿੰਗ ਕਰਕੇ ਤੁਹਾਨੂੰ ਡਾਕੂਮੈਂਟ ਦੀ ਰਿਜ਼ਲਟ ਦਿੰਦਾ ਹੈ। ਇਹਦੇ ਨਾਲ UC ਬ੍ਰਾਊਜ਼ਰ ਹੈ। UC ਬ੍ਰਾਊਜ਼ਰ ਸਾਨੂੰ ਕੋਈ ਲੋੜ ਨਹੀਂ ਹੈ ਆਪਣੇ ਮੋਬਾਈਲ ਫੋਨ ਦੇ ਉੱਪਰ ਰੱਖਣ ਦੀ, ਜਾਂ ਓਪੇਰਾ ਹੈਗਾ, ਜਾਂ ਇਦਾਂ ਦੇ ਬਹੁਤ ਸਾਰੇ ਐਪਸ ਹੈਗੇ ਨੇ ਜਿਹੜੇ ਕਿ ਅਸੀਂ ਯੂਜ਼ ਕਰਦੇ ਹਾਂ। ਬਿਊਟੀ ਪਲੱਸ, ਇਹ ਵੀ ਚਾਈਨੀਜ਼ ਐਪ ਹੈਗਾ, ਅਸੀਂ ਇਹਨੂੰ ਇੰਨਾ ਯੂਜ਼ ਕਰਦੇ ਹਾਂ। ਔਰ ਅੱਜ ਕੱਲ੍ਹ ਤੇ ਮੋਬਾਈਲ ਫੋਨ ਕੰਪਨੀਆਂ ਦੇ ਵਿੱਚ ਹੀ ਬਹੁਤ ਸਾਰੇ ਲੈਂਸ ਦੇ ਵਿੱਚ ਹੀ ਐਪਸ ਆ ਗਏ ਨੇ। ਪਰ ਇਹਦੇ ਨਾਲ ਇੱਕ ਚੀਜ਼ ਮੈਂ ਜ਼ਰੂਰ ਜਾਵਾਂਗਾ, ਮੈਂ ਇਹ ਮੰਨਦਾ ਕਿ ਜਿੰਨੇ ਵੀ ਐਪ ਸਾਡੇ ਮੋਬਾਈਲ ਫੋਨ ਦੇ ਵਿੱਚ ਹੈਗੇ ਨੇ, 99% ਜਾਂ 90% ਉਹਨਾਂ ਐਪ ਦੇ ਆਲਟਰਨੇਟਿਵ ਸਾਡੇ ਕੋਲ ਹੈਗੇ ਨੇ, ਜਿਹੜੇ ਨੌਨ ਚਾਈਨੀਜ਼ ਆਲਟਰਨੇਟਿਵ ਨੇ, ਜਾਂ ਇਹਦੇ ਨਾਲੋਂ ਬੈਟਰ ਵੀ ਆਲਟਰਨੇਟਿਵਸ ਨੇ। ਲੇਕਿਨ 1% ਜੇ 2% ਇਦਾਂ ਦੇ ਸਾਨੂੰ ਐਪਸ ਹੈਗੇ ਨੇ, ਮਿਲਦੇ ਨੇ, ਜਿਹੜੇ ਕਿ ਆਲਟਰਨੇਟਿਵ ਸਾਡੇ ਕੋਲ ਨਹੀਂ ਨੇ। ਸਾਨੂੰ ਇਹ ਸੋਚਣਾ ਪਏਗਾ ਕਿ ਕਿਆ ਸਾਨੂੰ ਉਸ ਐਪਸ ਦੀ ਲੋੜ ਹੈ, ਜਾਂ ਇੰਨੀਆਂ ਜ਼ਰੂਰੀ ਉਹ ਐਪ ਸਾਡੀ ਜ਼ਿੰਦਗੀ ਵਾਸਤੇ ਹੋ ਗਈਆਂ ਕਿ ਅਸੀਂ ਆਪਣੀ ਰਾਸ਼ਟਰੀਅਤਾ ਨੂੰ ਛੱਡ ਕੇ ਅਸੀਂ ਉਹਨਾਂ ਐਪਸ। ਇਹ ਬਹੁਤ ਵੱਡਾ ਸਵਾਲ ਹੈ, ਸਾਨੂੰ ਆਪਣੇ ਆਪ ਨੂੰ ਪੁੱਛਣਾ ਪਏਗਾ ਕਿ ਲੋਕਡਾਊਨ ਦੇ ਵਿੱਚ ਸਾਨੂੰ ਇੱਕ ਨਾ ਸਿੰਪਲ ਔਰ ਸਾਦਾ ਜੀਵਨ ਜੀਣ ਦਾ ਨਾ ਇੱਕ ਐਗਜ਼ਾਮਪਲ ਮਿਲ ਗਿਆ, ਇੱਕ ਟ੍ਰਾਇਲ ਰਨ ਮਿਲ ਗਿਆ ਕਿ ਅਸੀਂ ਬਹੁਤ ਸਾਰੀ ਜ਼ਰੂਰਤਾਂ ਨੂੰ ਛੱਡ ਕੇ ਵੀ ਜ਼ਿੰਦਗੀ ਜੀ ਸਕਦੇ ਹਾਂ, ਔਰ ਆਪਣੇ ਆਪ ਨੂੰ ਘਰ ਦੇ ਵਿੱਚ ਸੀਮਿਤ ਰੱਖ ਕੇ ਵੀ ਆਪਣੀ ਜ਼ਿੰਦਗੀ ਜੀ ਸਕਦੇ ਹਾਂ, ਔਰ ਲਿਮਿਟਿਡ ਜ਼ਰੂਰਤਾਂ ਦੇ ਨਾਲ। ਮੈਨੂੰ ਲੱਗਦਾ ਹੈ ਮੈਂ ਤੁਹਾਡੇ ਥਰੂ ਸਾਰੇ ਦਰਸ਼ਕਾਂ ਨੂੰ ਇਹ ਵੀ ਅਪੀਲ ਕਰਾਂਗਾ ਕਿ ਸਿਰਫ ਇਹਦਾ ਆਲਟਰਨੇਟਿਵ ਲੱਭਣਾ ਇਹ ਜ਼ਰੂਰੀ ਨਹੀਂ ਹੈ। ਜੇ ਸਾਨੂੰ ਕਿਤੇ ਨਾ ਕਿਤੇ ਆਲਟਰਨੇਟਿਵ ਨਹੀਂ ਵੀ ਲੱਭਦਾ, ਤਾਂ ਸਾਨੂੰ ਅਸੈਸਮੈਂਟ ਕਰਨੀ ਚਾਹੀਦੀ ਕਿ ਕਿਆ ਇਹਨਾਂ ਦੇ ਆਲਟਰਨੇਟਿਵ ਲੱਭਣ ਦੇ ਬਾਵਜੂਦ ਵੀ ਸਾਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਕਿ ਅਸੀਂ ਚਾਈਨੀਜ਼ ਸਮਾਨ ਨੂੰ ਜਾਂ ਚਾਈਨੀਜ਼ ਐਪ ਨੂੰ ਯੂਜ਼ ਕਰੀਏ। ਇਹ ਬਹੁਤ ਜ਼ਰੂਰੀ। ਬਿਲਕੁਲ ਬਿਲਕੁਲ। ਚਲੋ, ਇਹ ਜਿੱਥੇ ਕਰੋਨਾ ਦਾ ਨੁਕਸਾਨ ਹੋਇਆ, ਉਹਦਾ ਜਿਹੜੀ ਬਲੈਸਿੰਗ ਇਨ ਡਿਸਗਾਈਜ਼ ਇਹ ਮਿਲਿਆ ਹੈਗਾ, ਲੋਕੀ ਹੁਣ ਆਪਣੇ ਆਪ ਨੂੰ ਪਛਾਣਨ ਥੋੜੇ ਥੋੜੇ ਤਾਂ ਲੱਗ ਪਏ ਆ। ਜਿਹੜੇ ਨਹੀਂ ਪਛਾਣੇ ਤੇ ਉਹ ਲੱਗ ਪੈਣਗੇ, ਤੇ ਐਟਲੀਸਟ ਸਿੰਪਲਿਸਿਟੀ ਵੱਲ, ਵਿਆਹ ਸ਼ਾਦੀਆਂ ਦੇ ਫੰਕਸ਼ਨਾਂ ਤੇ ਜਿੰਨੀ ਸਿੰਪਲਿਸਿਟੀ ਹੋ ਜਾਵੇ ਉਨਾ ਹੀ ਵਧੀਆ ਹੈਗਾ। ਅੱਛਾ, ਹੁਣ ਜੇ ਨੈਸ਼ਨਲ ਸਪਿਰਿਟ ਦੀ ਗੱਲ ਕਰੀਏ ਜਾਵੇ, ਜਿਵੇਂ ਤੁਸੀਂ ਗੱਲ ਕਿਹਾ ਹੈਗਾ ਵੀ ਜਦੋਂ ਕਾ ਜਿਹੜਾ ਬਿਜਲੀ ਦਾ ਸਮਾਨ ਆਇਆ ਹੈਗਾ, ਧੜਾ ਸਾਡੀ ਲੋਕਲ ਇੰਡਸਟਰੀ ਖਤਮ ਹੋ ਗਈ ਆ ਜੀ, ਲੜੀਆਂ ਲੈ ਆਓ, ਹੋਰ ਲੈ ਆਓ, ਜਿਹੜਾ ਚਾਈਨਾ ਦਾ ਸਮਾਨ ਇੰਨਾ ਹੈਗਾ। ਤੇ ਇਹਦੇ ਬਾਰੇ ਲੋਕਾਂ 'ਚ ਕਿੰਨੀ ਕੁ ਅਵੇਅਰਨੈਸ ਹੈਗੀ ਵੀ ਅਸੀਂ ਜਿਹੜਾ ਇੰਡੀਆ ਦਾ ਸਮਾਨ ਵੀ ਅਸੀਂ ਖਰੀਦ ਕੇ ਆਪਾਂ ਡੇਲੀ ਯੂਜ਼ ਲਈ ਵਰਤ ਸਕਦੇ ਹੈਗੇ, ਇਹਦੇ ਲਈ ਇਹਦੇ ਬਨਿਸਬਤ ਕਿ ਅਸੀਂ ਹਰ ਚੀਜ਼ ਚਾਈਨੀਜ਼ ਲਈਏ, ਜਦ ਕਿ ਉਹ ਸਾਨੂੰ ਕਿਸ ਲੈਵਲ ਤੇ ਪਹਿਲਾਂ 1962 ਵਿੱਚ ਕਿਸ ਤਰ੍ਹਾਂ ਸਾਨੂੰ ਪਤਾ ਹੈਗਾ, ਹੁਣ ਲੇਹ ਲਦਾਖ ਜਾਂ ਨੇਪਾਲ ਵਾਲੀ ਸਾਈਡ ਤੇ ਵੀ ਉਹ ਜਿਹੜੀ ਸਾਰੀ ਬੇਸਿਕਲੀ ਉਹਦੀ ਸ਼ਰਾਰਤ ਆ। ਬਿਲਕੁਲ ਬਿਲਕੁਲ। ਮੈਂ ਭਾਰਤ ਜੀ ਇੱਕ ਗੱਲ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਬਾਈਕਾਟ ਚਾਈਨਾ ਸ਼ਾਇਦ ਸੋਸ਼ਲ ਮੀਡੀਆ ਦੇ ਉੱਪਰ ਹੁਣ ਬਹੁਤ ਜ਼ਿਆਦਾ ਪਪੂਲਰ ਹੋ ਰਿਹਾ, ਲੇਕਿਨ ਇਹਦੀ ਮੁਹਿੰਮ ਥੋੜੇ ਟਾਈਮ ਤੇ ਲਗਾਤਾਰ ਚੱਲਦੀ ਰਹਿੰਦੀ ਸੀਗੀ। ਮਤਲਬ WhatsApp ਦੇ ਉੱਪਰ ਲੋਕਾਂ ਦੇ ਵਿੱਚ ਆਪਸ ਡਿਸਕਸ਼ਨ ਕਰਦੇ ਹੋਏ ਕਿ ਅਸੀਂ ਚਾਈਨੀਜ਼ ਮਾਲ ਨੂੰ ਹਟਾਈਏ, ਆਪਣੀ ਜ਼ਿੰਦਗੀ 'ਚੋਂ ਹਟਾਈਏ। ਇਹ ਸਾਨੂੰ ਹਾਵੀ ਕਰਦਾ ਜਾ ਰਿਹਾ ਹੈ, ਬਹੁਤ ਜ਼ਿਆਦਾ ਆਪਣੇ ਉੱਪਰ ਹਾਵੀ ਕਰਦਾ ਜਾ ਰਿਹਾ ਹੈ। ਖਾਸ ਕਰਕੇ ਜਦੋਂ ਦੀਵਾਲੀ ਆਉਂਦੀ ਹੈ, ਅਸੀਂ ਦੇਖਦੇ ਹਾਂ ਕਿ ਰੇਹੜੀਆਂ ਜਿਹੜੀ ਲੱਗੀਆਂ ਹੁੰਦੀਆਂ ਉਹਦੇ 'ਤੇ ਜਿਹੜੇ ਸਾਡੇ ਗਣੇਸ਼ ਜੀ ਦੀ ਮੂਰਤੀਆਂ ਉਹ ਵੀ ਚਾਈਨਾ ਤੋਂ ਬਣ ਕੇ ਆ ਰਹੀਆਂ। ਇਲੈਕਟ੍ਰੀਕਲ ਲੜੀਆਂ ਜਿਹੜੀਆਂ ਹੈਗੀਆਂ ਉਹ ਵੀ ਬਣਦੀ ਆ ਰਹੀਆਂ। ਸਾਡੇ ਜਿਹੜੀ ਟ੍ਰੈਡੀਸ਼ਨ ਹੈ, ਸਾਡੇ ਸਕਿੱਲ ਸੈਟਸ ਹੈਗੇ ਨੇ ਸਾਡੇ ਲੋਕਾਂ ਦੇ, ਮਿੱਟੀ ਦੇ ਦੀਵੇ ਜਿਹੜੇ ਸਾਡੇ ਟ੍ਰੈਡੀਸ਼ਨ ਦੇ ਬੜੇ ਕਲੋਜ਼ ਹੁੰਦੇ ਸੀਗੇ, ਉਹ ਕਿਤੇ ਨਾ ਕਿਤੇ ਘੁਮਾਰ ਜਾਂ ਜਿੱਦਾਂ ਮਿੱਟੀ ਦੇ ਦੀਵੇ ਬਣਾਉਣ ਵਾਲੇ ਲੋਕਾਂ ਦੀ ਰੋਜ਼ੀ ਰੋਟੀ ਖਤਮ ਹੋ ਗਈ। ਔਰ ਮੈਨੂੰ ਲੱਗਦਾ ਹੈ ਕਿ ਸਾਨੂੰ ਇਹ ਜੇ ਅਸੀਂ ਅਸੈਸਮੈਂਟ ਕਰੀਏ ਤਾਂ ਲਗਭਗ 60-70% ਲੋਕ ਇੱਦਾਂ ਦੇ ਹੈਗੇ ਨੇ ਜਿਹੜੀ ਇਹ ਭਾਵਨਾ ਆਪਣੇ ਮਨ 'ਚ ਜ਼ਰੂਰ ਰੱਖਦੇ ਨੇ, ਰਾਸ਼ਟਰੀਅਤਾ ਦੀ, ਨੈਸ਼ਨਲ ਸਪਿਰਿਟ ਔਰ ਇਹ ਸਾਰੀ ਗੱਲਾਂ ਜ਼ਰੂਰ ਰੱਖਦੇ ਨੇ। ਲੇਕਿਨ ਬੜਾ ਦੁੱਖ ਹੁੰਦਾ ਕਿ 30-40% ਲੋਕੀ ਇੱਦਾਂ ਦੇ ਵੀ ਹੈਗੇ ਨੇ ਜਿਨ੍ਹਾਂ ਦਾ ਇੱਕ ਐਟੀਟਿਊਡ ਹੈ ਮੈਨੂੰ ਕੀ ਫਰਕ ਪੈਂਦਾ ਹੈ ਜੀ। ਜਦ ਤੱਕ ਇਹ ਜਿਹੜਾ ਐਟੀਟਿਊਡ ਹੈ ਇਹ ਖਤਮ ਨਹੀਂ ਹੋਏਗਾ, ਸਾਡਾ ਦੇਸ਼ ਪ੍ਰਗਤੀ ਨਹੀਂ ਕਰ ਸਕਦਾ। ਮੈਂ ਦੇਖਦਾ ਕਿ ਛੋਟੀ ਐਗਜ਼ਾਮਪਲ ਦੇਣਾ, ਛੋਟੇ ਦੇਸ਼ ਹੈਗੇ ਨੇ, ਇੱਕ ਨਿਊਕਲੀਅਰ ਬੰਬ ਦੇ ਅਟੈਕ ਤੋਂ ਬਾਅਦ ਜਾਪਾਨ ਜਿਸ ਤਰੀਕੇ ਨਾਲ ਉੱਠਿਆ ਔਰ ਪੂਰੇ ਦੇਸ਼ ਦੇ ਵਿੱਚ ਆਪਣਾ ਜਿਹੜਾ ਉਹਨੇ ਤਾਕ ਜਮਾਈ, ਉਹਦੀ ਨੈਸ਼ਨਲ ਸਪਿਰਿਟ ਸੀਗੀ ਜਿਹਦੇ ਨਾਲ ਉਹ ਪੂਰੀ ਕੰਟਰੀ ਖੜੀ। ਔਰ ਇੱਕ ਛੋਟੀ ਜੀ ਕੰਟਰੀ ਹੈ ਜਿਹਦੇ ਵਿੱਚ ਇੰਨੀ ਨੈਸ਼ਨਲ ਸਪਿਰਿਟ ਹੈ।
हाँ सिंगापुर बिल्कुल। जैसी कंट्री एक लैंडमार्क एग्जांपल है पूरी दुनिया ਦੇ ਸਾਹਮਣੇ ਕਿ ਤੁਹਾਡਾ ਸਾਈਜ਼ ਮੈਟਰ ਨਹੀਂ ਕਰਦਾ, ਤੁਹਾਡਾ ਮੈਗਨੀਟਿਊਡ ਤੁਹਾਡੇ ਸਾਈਜ਼ ਦੇ ਬਾਵਜੂਦ ਵੀ ਤੁਹਾਡਾ ਮੈਗਨੀਟਿਊਡ ਵੱਡਾ ਹੋ ਸਕਦਾ ਹੈ। ਅੱਜ ਸਿੰਗਾਪੁਰ ਬਿਲਕੁਲ। ਇੱਕ ਇਸ ਇੰਨੀ ਵੱਡੀ ਡੈਸਟੀਨੇਸ਼ਨ ਬਣ ਚੁੱਕੀ ਹੈ, ਪੁੱਛੋ ਕੁਛ ਨਾ। ਔਰ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਰਾਸ਼ਟਰਤਾ ਦੀ ਜਿਹੜੀ ਸਪਿਰਿਟ ਹੈ ਲੋਕਾਂ ਦੇ ਵਿੱਚ ਆਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਹੈ ਕਿ ਸਾਡੇ ਇੱਕ ਇਕੱਲੇ ਬੰਦੇ ਦੇ ਚਾਈਨਾ ਦੇ ਮਾਲ ਛੱਡਣ ਨਾਲ ਕੀ ਫਰਕ ਪਏਗਾ ਜੀ, ਮੈਂ ਤੇ ਸਸਤਾ ਮਾਲ ਲੈ ਲਵਾਂ ਜੀ। ਸਾਨੂੰ ਪੈਸੇ ਦੀ ਪਰਵਾਹ ਜ਼ਿਆਦਾ ਹੈ, ਸਾਡੇ ਵਾਲਟ ਦੇ ਵਿੱਚ 10 ਰੁਪਏ ਬਚ ਜਾਣ, 20 ਰੁਪਏ ਬਚ ਜਾਣ, 100 ਰੁਪਏ ਬਚ ਜਾਣ, ਸਾਨੂੰ ਉਹਦੇ 'ਚ ਬੜੀ ਖੁਸ਼ੀ ਹੈ। ਉਹ 10 ਕੰਟਰੀ ਰੁਪਏ, ਦੇ 20 ਰੁਪਏ, 100 ਰੁਪਏ ਜਿਹੜੇ ਬਚ ਜਾਂਦੇ ਨੇ ਉਹ ਸਾਡੀ ਸੇਨਾਵਾਂ ਦੇ ਖਿਲਾਫ ਇਸਤੇਮਾਲ ਹੁੰਦੇ ਨੇ, ਸਾਡੇ ਦੇਸ਼ ਦੇ ਖਿਲਾਫ ਇਸਤੇਮਾਲ ਹੁੰਦੇ ਨੇ। ਉਹਦੇ ਵਿੱਚ ਸਾਨੂੰ ਕੋਈ ਫਰਕ ਨਾ ਪਏ ਤੇ ਮੈਨੂੰ ਲੱਗਦਾ ਹੈ ਕਿ ਅਸੀਂ ਆਪਣਾ ਧਰਮ ਜਿਹੜਾ ਹੈ ਯਾਰ, ਆਪਣਾ ਜਿਹੜੀ ਡਿਊਟੀ ਹੈ ਆਪਣੇ ਰਾਸ਼ਟਰ ਦੇ ਪ੍ਰਤੀ, ਉਹ ਨਹੀਂ ਨਿਭਾ ਰਹੇ ਫਿਰ। ਹਾਂਜੀ ਹਾਂਜੀ। ਚਲੋ ਇੱਕ ਦੋ ਗੱਲਾਂ ਮੈਨੂੰ ਉਮੀਦ ਆ ਲੋਕੀ ਜਿਹੜੇ ਹੈਗੇ ਆ, ਜਿਹੜੇ ਸਾਡੇ ਪ੍ਰੋਗਰਾਮ ਦੇਖ ਰਹੇ ਹੈਗੇ ਜਾਂ ਦੇਖਣਗੇ, ਹੌਲੀ ਹੌਲੀ ਇਹਨਾਂ ਚੀਜ਼ਾਂ ਬਾਰੇ ਕੌਨਸ਼ੀਅਸ ਹੋਣਗੇ, ਜਿਹੜੀ ਕਿ ਬਹੁਤ ਜ਼ਰੂਰੀ ਹੈ ਇਹਨਾਂ ਚੀਜ਼ਾਂ ਬਾਰੇ ਕੌਨਸ਼ੀਅਸ ਹੋਣਾ। ਆਪਾਂ ਯੈਸ, ਹੁਣ ਥੋੜਾ ਜਿਹਾ ਅਲਾਈਡ ਇੰਪੈਕਟ ਦਾ ਕਰ ਲਈਏ। ਜਿਵੇਂ ਚਲੋ ਇਹ ਕਰੋਨਾ ਇਹ ਚੀਨ ਨੇ ਛੱਡਿਆ ਹੈਗਾ ਜਾਂ ਕੀ, ਉਹ ਤਾਂ ਅਲੱਗ ਇੱਕ ਟੌਪਿਕ ਹੈਗਾ। ਇਹ ਜਿੰਨੀ ਪੰਜਾਬ ਪੁਆਇੰਟ ਆਫ ਵਿਊ ਨਾਲ ਜੇ ਦੇਖਿਆ ਜਾਵੇ, ਇਕੋਨਮੀ ਬੜੀ ਖਰਾਬ ਹੋ ਗਈ, ਖਾਸ ਤੌਰ ਤੇ ਇੰਡਸਟਰੀਲਿਸਟ ਉਹ ਬੜੇ ਪਰੇਸ਼ਾਨ ਹੈਗੇ ਆ। ਉਹ ਇੱਕ ਸਰਕਲ ਬ੍ਰੇਕ ਹੋ ਗਿਆ ਹੈਗਾ। ਹਾਊ ਟੂ ਰਿਵਾਈਵ ਦਾ ਇਕੋਨਮੀ ਇਨ ਦਾ ਪ੍ਰੈਜ਼ੈਂਟ ਕੰਟੈਕਸਟ, ਐਟਲੀਸਟ ਜਿਹੜਾ ਬੰਦੇ ਪੈਰਾਂ ਤੇ ਤਾਂ ਥੋੜੇ ਖੜੇ ਹੋ ਜਾਣ ਬੰਦੇ। ਯੈਸ, ਬਹੁਤ ਜ਼ਰੂਰੀ ਹੈ ਭਾਰਤ ਜੀ। ਮੈਂ ਛੋਟੀਆਂ-ਛੋਟੀਆਂ 2-3 ਗੱਲਾਂ ਜ਼ਰੂਰ ਮੈਂ ਚਾਹਾਂਗਾ ਸਾਂਝੀਆਂ ਕਰਨੀਆਂ ਆਪਣੇ ਸਾਰੇ ਦਰਸ਼ਕਾਂ ਦੇ ਨਾਲ। ਖਾਸ ਕਰਕੇ ਤੁਸੀਂ ਪੰਜਾਬ ਦੀ ਗੱਲ ਕੀਤੀ ਹੈ। ਦੇਖੋ, ਪੰਜਾਬ ਦੇ ਵਿੱਚ ਇੰਡਸਟਰੀ ਦਾ ਹਾਲਾਤ ਪਹਿਲਾਂ ਵੀ ਕੋਈ ਬਹੁਤਾ ਚੰਗੇ ਨਹੀਂ ਸੀਗੇ। ਔਰ ਅਸੀਂ ਪਹਿਲਾਂ ਵੀ 1-2 ਪ੍ਰੋਗਰਾਮ ਤੁਹਾਡੇ ਨਾਲ ਕੀਤੇ, ਅਸੀਂ ਡਿਸਕਸ਼ਨ ਵੀ ਕੀਤੀ ਹੈ। ਔਰ ਉਹਦੇ ਵਿੱਚ ਅਸੀਂ ਇਹੀ ਦੇਖਦੇ ਆ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਵਪਾਰੀ ਹੈ ਜਾਂ ਇੰਡਸਟਰੀਲਿਸਟ ਹੈ, ਉਹ ਆਲਰੇਡੀ ਬੜਾ ਮਾਰਜਨਲਾਈਜ਼ਡ ਇੰਡਸਟਰੀ ਹੈ ਔਰ ਵਪਾਰੀ ਹੈ। ਔਰ ਉਹਨੂੰ ਆਲਰੇਡੀ ਉਹ ਸਹੂਲਤਾਂ ਜਿਹੜੀ ਵਪਾਰ ਦੇ ਅੱਛੇ ਤਰੀਕੇ ਨਾਲ ਵਰਤਣ ਦੀ ਜਾਂ ਉਹਨੂੰ ਵਿਧਾਨ ਦੀ ਉਹਨੂੰ ਸਹੂਲਤਾਂ ਨਹੀਂ ਮਿਲ ਰਹੀਆਂ ਸੀਗੀਆਂ। ਉਹਦੇ ਬਾਵਜੂਦ ਵੀ ਜਿਹੜਾ ਇਹ ਮਾਰ ਪਈ ਹੈ ਕੋਰੋਨਾ ਦੀ, ਉਹਦੇ ਜਿਹੜੇ ਲੜਖੜਾਏ ਹੋਏ ਕਦਮ ਸੀਗੇ ਉਹਦੇ ਆਪਣੇ ਇੰਡਸਟਰੀ ਦੇ ਵਿੱਚ, ਉਹ ਪੂਰੀ ਤਰ੍ਹਾਂ ਉਖੜ ਗਏ ਨੇ। ਔਰ ਦੇਖੀਏ, ਸਾਡਾ ਜਿਹੜਾ ਸਭ ਤੋਂ ਵੱਡਾ ਜਿਹੜਾ ਇਕੋਨਮੀ ਦਾ ਸਤੰਭ ਹੈ ਉਹ MSME ਹੈ। ਸਮਾਲ ਜਿਹੜੇ ਮਛਲੀਆਂ ਜਾਂ ਛੋਟੀਆਂ ਇਕਾਈਆਂ ਸਾਡੇ ਕੋਲ ਦੇਸ਼ 'ਚ ਹੈਗੀਆਂ, ਬਹੁਤ ਵੱਡਾ ਸ਼ੇਅਰ ਸਾਡੇ ਦੇਸ਼ ਦੇ ਵਿੱਚ ਹੈਗਾ ਉਹਨਾਂ ਦੀ ਵਪਾਰ ਦਾ ਸਾਡੇ GDP ਦੇ ਵਿੱਚ ਕੰਟਰੀਬਿਊਸ਼ਨ ਹੈਗਾ। ਔਰ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤੇ ਇਹਨੂੰ ਰਿਵਾਈਵ ਕਰਨ ਦਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਸਰਕਾਰ ਇੱਕ ਬਹੁਤ ਵਧੀਆ ਇੱਕ ਇਨਵਾਇਰਮੈਂਟ ਲੈ ਕੇ ਆਏ। ਕੇਂਦਰ ਸਰਕਾਰ ਨੇ ਬਹੁਤ ਅੱਛਾ ਇੱਕ ਕਦਮ ਚੱਕਿਆ ਹੈ, 20 ਲੱਖ ਕਰੋੜ ਦਾ ਪੈਕੇਜ ਇੱਕ ਅਨਾਉਂਸ ਜਿਹੜਾ ਕੀਤਾ ਹੈ। ਹਾਲਾਂਕਿ ਬਹੁਤ ਸਾਰੇ ਲੋਕੀ ਉਹਦੀ ਆਲੋਚਨਾ ਕਰਦੇ ਨੇ ਕਿਉਂਕਿ ਉਹਦੇ 'ਚ ਸਹੀ ਸਿੱਧਾ ਪੈਸਾ ਤੁਹਾਡੀ ਜੇਬ 'ਚ ਨਹੀਂ ਆਇਆ। ਉਹਨਾਂ ਨੇ ਸਿਰਫ ਲੋਨ ਜਾਂ ਲਿਮਟਾਂ ਵਧਾ ਕੇ ਤੁਹਾਨੂੰ ਪੈਸਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਰ ਮੈਨੂੰ ਲੱਗਦਾ ਹੈ ਕਿ ਸਾਨੂੰ ਇੱਕ ਲਾਰਜਰ ਪਿਕਚਰ ਦੇਖਣੀ ਚਾਹੀਦੀ ਹੈ, ਕਿਉਂਕਿ ਕੋਈ ਵੀ ਸਰਕਾਰ ਤੁਹਾਨੂੰ ਸਿੱਧਾ ਪੈਸਾ ਤੁਹਾਡੀ ਜੇਬ 'ਚ ਨਹੀਂ ਦੇ ਸਕਦੀ। ਉਹ ਸਿਰਫ ਤੁਹਾਨੂੰ ਅਵੇਲੇਬਿਲਿਟੀ ਕਰਵਾ ਸਕਦੀ ਹੈ ਕਿ ਅੱਜ ਔਖਾ ਟਾਈਮ ਆਇਆ ਹੈ, ਇਸ ਔਖੇ ਟਾਈਮ ਨਿਕਲਣ ਦੇ ਵਿੱਚ ਤੁਹਾਨੂੰ ਇਮੀਡੀਏਟਲੀ ਪੈਸਾ ਮੁਹੱਈਆ ਕਰਾਇਆ ਜਾ ਰਿਹਾ ਤੇ ਇਹਨੂੰ ਬਾਅਦ ਦੇ ਵਿੱਚ ਮੋੜ ਦਿੱਤਾ ਜਾਵੇ। ਜਿਹੜੀ ਸਭ ਤੋਂ ਵੱਡੀ ਔਖੀ ਗੱਲ ਆ ਰਹੀ ਹੈ ਉਹ ਇਹ ਆ ਰਹੀ ਹੈ ਭਾਰਤ ਜੀ ਕਿ ਸਰਕਾਰ ਨੇ ਜਿਹੜੀ ਇਹ ਸਕੀਮ ਇੰਪਲੀਮੈਂਟ ਕੀਤੀ ਹੈ, ਇਹ ਸਰਕਾਰੀ ਬੈਂਕਾਂ ਦੇ ਵਿੱਚ ਤੇ ਇੰਪਲੀਮੈਂਟੇਸ਼ਨ ਜਲਦੀ ਹੋ ਰਹੀ ਹੈ, ਲੇਕਿਨ ਸਾਰੇ ਜਿਹੜੇ MSME ਨੇ ਉਹ ਸਿਰਫ ਸਰਕਾਰੀ ਬੈਂਕਾਂ ਨਾਲ ਡੀਲ ਨਹੀਂ ਕਰਦੇ। ਜਿਹੜੇ ਪ੍ਰਾਈਵੇਟ ਬੈਂਕ ਨੇ ਉਹ ਇਸ ਸਕੀਮ ਨੂੰ ਇੰਪਲੀਮੈਂਟ ਕਰਨ 'ਚ ਬਹੁਤ ਰੈਜ਼ਿਸਟੈਂਸ ਦਿਖਾ ਰਹੇ ਨੇ ਜੀ। ਉਹ ਲੋਕਾਂ ਨੂੰ ਪ੍ਰਾਈਵੇਟ ਬੈਂਕ ਨਹੀਂ ਮਤਲਬ ਡੀਲ ਕਰਦੇ ਹੈਗੇ। ਇਹ ਬਿਲਕੁਲ ਉਹਦੇ ਵਿੱਚ ਬਹੁਤ ਰੈਜ਼ਿਸਟੈਂਸ ਆ ਰਹੀ ਹੈ। ਮੇਰਾ ਜਿਹੜਾ ਐਕਸਪੀਰੀਅੰਸ ਹੈ, ਆਪਣੀ ਕਲਾਇੰਟਸ ਦੇ ਨਾਲ ਵੀ ਗੱਲ ਹੋ ਰਹੀ ਹੈ, ਜਿੱਦਾਂ ਪ੍ਰਾਈਵੇਟ ਬੈਂਕ ਹੈ, ਜਿੱਦਾਂ ICICI ਬੈਂਕ, HDFC ਬੈਂਕ, ਐਕਸਿਸ ਬੈਂਕ, ਕੋਟਕ ਬੈਂਕ, ਬਹੁਤ ਸਾਰੇ ਬੈਂਕਾਂ ਦੇ ਵਿੱਚ ਤੇ ਹਾਲੇ ਤੇ ਇਹ ਸਕੀਮ ਵੀ ਫਾਈਨਲਾਈਜ਼ ਨਹੀਂ ਕੀਤੀ ਉਹਨਾਂ ਨੇ ਕਿ ਇਹ ਪੈਸਾ ਦੇਣਾ ਕਿੱਦਾਂ ਲੋਕਾਂ ਨੂੰ। ਔਰ ਤੁਸੀਂ ਦੇਖੋ ਪ੍ਰਾਈਵੇਟ ਬੈਂਕ ਕਿਸੇ ਵੀ ਤਰ੍ਹਾਂ ਦਾ ਮਤਲਬ ਦੇਖੋ, ਇਹ ਜਿਹੜਾ ਟਾਈਮ ਹੈਗਾ, ਇਹ ਸਕੀਮ ਜਿਹੜੀ ਹੈ ਇਹਦੇ 'ਚ ਕੋਈ ਕੈਟੇਗਰਾਈਜੇਸ਼ਨ ਨਹੀਂ ਹੈ ਕਿ ਸਰਕਾਰੀ ਬੈਂਕ ਇਹ ਕਰੇਗਾ ਕਿ ਪ੍ਰਾਈਵੇਟ ਬੈਂਕ ਕਰੇਗਾ। ਸਾਰਿਆਂ ਨੂੰ ਕਰਨਾ ਜ਼ਰੂਰੀ ਹੈ ਔਰ ਸਾਰੇ ਬੈਂਕ ਇਹਦੇ 'ਚ ਅਦਰਵਾਈਜ਼ ਦੇਖੋ, ਮੇਰੇ ਹਿਸਾਬ ਨਾਲ 40% ਜਿਹੜਾ ਫਾਈਨੈਂਸ ਹੈ ਨਾ ਉਹ ਪ੍ਰਾਈਵੇਟ ਬੈਂਕਾਂ ਦੇ ਹੱਥ ਵਿੱਚ ਹੈਗਾ। 60% ਦੇ ਵਿੱਚ ਸਰਕਾਰੀ ਬੈਂਕ ਨੇ ਜਾਂ NBFC ਨੇ ਜਾਂ ਹੋਰ ਅਦਾਰੇ ਨੇ। ਤੇ ਜਿਹੜਾ 40% ਪ੍ਰਾਈਵੇਟ ਬੈਂਕਾਂ ਦਾ ਫਾਈਨੈਂਸ ਜੇ MSME ਨੂੰ ਨਹੀਂ ਜਾਏਗਾ ਤੇ ਇਹ MSME ਖੜੀ ਨਹੀਂ ਹੋ ਸਕਦੀ। ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਨੂੰ ਇਹ ਅੰਡਰਸਟੈਂਡ ਕਰਨਾ। ਦੂਜੀ ਗੱਲ, ਜਿਹੜੀ ਕੇਂਦਰ ਸਰਕਾਰ ਨੇ ਕ੍ਰੈਡਿਟ ਗਾਰੰਟੀ ਦੀ ਜਿਹੜੀ ਸਕੀਮ ਲਾਂਚ ਕੀਤੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਜਿਨ੍ਹਾਂ ਕੋਲ ਕਲੈਕਟਰ ਸਿਕਿਉਰਿਟੀ ਨਹੀਂ ਹੈ ਉਹਨਾਂ ਨੂੰ ਮੁਹੱਈਆ ਕਰਾਤੀ ਜਾਏਗੀ ਸੈਂਟਰਲ ਗਵਰਨਮੈਂਟ ਦੀ ਗਾਰੰਟੀ ਦੇ ਅਗੇਂਸਟ। ਅਸੀਂ ਸਰਕਾਰ ਦੇ ਜਿਹੜੇ ਇਹ ਸਾਰੇ ਫੈਸਲੇ ਨੇ ਇਹਨੂੰ ਕਾਗਜ਼ਾਂ ਦੇ ਉੱਪਰ ਤੇ ਚੰਗੇ ਤਰੀਕੇ ਨਾਲ ਦੇਖ ਲੈਂਦੇ ਆ, ਲੇਕਿਨ ਜਿਹੜੇ ਧਰਾਤਲ ਦੇ ਉੱਪਰ ਨਾ ਇਹਦੀ ਇੰਪਲੀਮੈਂਟੇਸ਼ਨ ਬਿਲਕੁਲ ਜ਼ੀਰੋ ਹੈ।
ਹਾਂਜੀ ਹਾਂਜੀ ਹਾਂਜੀ। ਕੋਈ ਵੀ ਬੈਂਕਰ ਬਿਨਾਂ ਕੋਲੈਟਰਲ ਸਿਕਿਉਰਿਟੀ ਦੇ ਲੋਨ ਕਰਨ ਨੂੰ ਤਿਆਰ ਹੀ ਨਹੀਂ ਦਿੰਦਾ ਹੈ। ਹੀ ਨਹੀਂ ਹੈਗਾ ਨਾ, ਮਤਲਬ ਇਹ ਤਾਂ ਪ੍ਰੈਕਟੀਕਲੀ ਆਈ ਨੋ, ਹਾਂ ਕੋਈ ਨਹੀਂ ਦਿੰਦਾ ਹੈਗਾ। ਕੋਈ ਪ੍ਰੈਕਟੀਕਲੀ, ਔਰ ਮੈਂ ਤੁਹਾਨੂੰ ਦੱਸਾਂਗਾ ਈਵਨ ਕੋਈ ਜੈਨੂਅਨ ਪ੍ਰੋਜੈਕਟ ਵੀ ਜਾਏਗਾ ਉਹਨੂੰ ਅਸੈਸਮੈਂਟ ਵੀ ਨਹੀਂ ਕਰਨਾ ਚਾਹੁੰਦਾ ਬੈਂਕਰ। ਉਹ ਕਹਿੰਦਾ ਹਾਂਜੀ ਉਹ ਹਾਂਜੀ। ਕਹਿੰਦਾ ਜੀ ਮੈਨੂੰ ਨਹੀਂ ਲੈਣ ਦੇਣਾ ਕਿ ਤੁਹਾਡਾ ਪ੍ਰੋਜੈਕਟ ਵਧੀਆ ਹੈ, ਮਾੜਾ ਹੈ, ਭੈੜਾ ਹੈ, ਕੁਝ ਵੀ ਹੈ, ਮੈਂ ਤੁਹਾਨੂੰ ਲੋਨ ਨਹੀਂ ਦੇਣਾ ਬਿਨਾਂ ਕੋਲੈਟਰਲ ਸਿਕਿਉਰਿਟੀ ਦੇ। ਹਾਂ, ਪਹਿਲਾਂ ਇੱਥੇ ਆਪਣੇ ਸਿਕਿਉਰਿਟੀ ਰੱਖੋ ਮੇਰੀ ਹੈ। ਪਹਿਲਾਂ ਸਿਕਿਉਰਿਟੀ ਰੱਖੋ, ਔਰ ਜਿਹੜਾ ਇੱਕ ਇੱਕ ਸਟਾਰਟਅਪ ਹੈ ਜਾਂ ਫਿਰ ਇੱਕ ਜੈਨੂਅਨ ਬੰਦਾ ਹੈ ਜਿਹੜਾ ਕੰਮ ਕਰਨਾ ਚਾਹੁੰਦਾ, ਵਪਾਰ ਕਰਨਾ ਚਾਹੁੰਦਾ, ਉੱਠਣਾ ਚਾਹੁੰਦਾ ਹੈ, ਜੇ ਉਹਦੇ ਕੋਲ ਕੋਲੈਟਰਲ ਸਿਕਿਉਰਿਟੀ ਨਹੀਂ ਹੈ ਤੇ ਇਹਦਾ ਮਤਲਬ ਉਹਦੇ ਵਾਸਤੇ ਕੋਈ ਜ਼ਰੀਆ ਨਹੀਂ ਹੈ ਕਿ ਉਹ ਆਪਣਾ ਸਿਰ ਉੱਪਰ ਚੱਕ ਸਕੇ, ਉਹ ਨੌਕਰੀ ਕਰ ਸਕਦਾ ਸਿਰਫ। ਹਾਂ ਇਹ ਤਾਂ ਹੈ। ਤੇ ਇਹ ਕੋਵਿਡ ਟਾਈਮਸ ਦੇ ਵਿੱਚ ਵੀ ਇਹ ਸਰਕਾਰ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਨੂੰ ਇੰਪਲੀਮੈਂਟ ਕਰਨ ਦੀ। ਜਿਹੜੀ ਤੀਸਰੀ ਗੱਲ ਮੈਂ ਕਹਿਣਾ ਚਾਹੁੰਦਾ, ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੈ, ਪੰਜਾਬ ਸਰਕਾਰ ਨੂੰ ਜਿਹੜਾ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਪੰਜਾਬ ਸਰਕਾਰ ਨੇ ਆਪਣੇ ਵੱਲੋਂ ਕੋਈ ਵੀ ਇਦਾਂ ਦਾ ਕਦਮ ਨਹੀਂ ਚੱਕਿਆ ਜਿਹੜਾ ਇੰਡਸਟਰੀ ਵਾਸਤੇ ਵਧੀਆ ਹੋਵੇ। ਮੈਂ ਛੋਟਾ ਜਿਹਾ ਇੱਕ ਹਾਂਜੀ ਕਦਮ ਦੱਸਾਂਗਾ ਜਿਹੜਾ ਕਿ ਜੇ ਸਰਕਾਰ ਚੱਕ ਲੇ ਤੇ ਇੰਡਸਟਰੀ ਨੂੰ ਬਹੁਤ ਵੱਡਾ ਰਿਲੀਫ ਹੋਏਗਾ। ਹਾਂਜੀ ਤੁਸੀਂ ਦੇਖੋ ਹਾਂਜੀ। ਕਿ 2014 ਤੋਂ ਔਨਵਰਡ, ਅੱਜ 2014 ਤੋਂ ਅੱਜ 2020 ਦੇ ਵਿੱਚ 6 ਸਾਲ ਹੋ ਗਏ ਜੀ। 6 ਸਾਲ ਦੀਆਂ ਵੈਟ ਦੀਆਂ ਅਸੈਸਮੈਂਟਾਂ ਹਾਲੇ ਤੱਕ ਵੀ ਪੰਜਾਬ ਦੇ ਵੈਟ ਡਿਪਾਰਟਮੈਂਟ 'ਚ ਪੈਂਡਿੰਗ ਪਈਆਂ ਹੋਈਆਂ। ਓਹੋ, ਅੱਛਾ ਅੱਛਾ। ਬਹੁਤ ਸਾਰੇ ਐਕਸਪੋਰਟਰਾਂ ਦਾ ਕਰੋੜਾਂ ਰੁਪਏ ਦਾ ਵੈਟ ਦੇ ਅਸੈਸਮੈਂਟ ਜਿਹੜਾ ਜੈਨੂਇਨ ਪੈਸਾ ਉਹਨਾਂ ਨੂੰ ਮਿਲਣਾ ਉਹ ਚਾਹੀਦਾ ਹੈ, ਸਰਕਾਰ ਵੱਲ ਫਸਿਆ ਮਤਲਬ। ਉਹ ਸਰਕਾਰ ਵੱਲ ਫਸਿਆ ਹੋਇਆ ਹੈ। ਇਸ ਹੂੰ ਟਾਈਮ ਦੇ ਉੱਪਰ ਇੱਕ ਇਹ ਸ਼ਲਾਘਾਯੋਗ ਕਦਮ ਚੱਕ ਸਕਦੀ ਹੈ ਪੰਜਾਬ ਸਰਕਾਰ, ਜਿਹਦੇ ਵਿੱਚ ਸਮਰੀ ਅਸੈਸਮੈਂਟ ਕਰਕੇ ਉਹ ਸਾਰਾ ਪੈਸਾ ਰਿਲੀਜ਼ ਕਰ ਦਿੱਤਾ ਜਾਏ ਜੈਨੂਇਨ ਐਕਸਪੋਰਟਰਸ ਨੂੰ, ਔਰ ਉਹਦੇ ਵਿੱਚ ਡਿਟੇਲਡ ਸਕਰੂਟਨੀ ਔਰ ਡਿਲੇਡ ਲਟਕਾਉਣ ਵਾਲਾ ਕੰਮ ਨੂੰ ਅਵੋਇਡ ਕੀਤਾ ਜਾਏ, ਬਿਕੋਜ਼ ਇਹ ਔਖਾ ਟਾਈਮ ਹੈ। ਸਿਰਫ ਇਹ ਕਦਮ ਲਗਭਗ 40 ਤੋਂ 50% ਰਿਲੀਫ ਦੇ ਸਕਦਾ ਇੰਡਸਟਰੀ ਨੂੰ, ਜੇ ਚੱਕਿਆ ਜਾਏ ਤੇ। ਲੇਕਿਨ ਹਾਂ ਸਰਕਾਰ ਦੇ ਕੰਨਾਂ ਦੇ ਵਿੱਚ ਇਹ ਹਲੇ ਇਹ ਨਹੀਂ ਜਾ ਰਿਹਾ ਕਿ ਉਹ ਇਦਾਂ ਦਾ ਕਦਮ ਚੱਕਣ, ਬਿਕੋਜ਼ ਪੰਜਾਬ ਸਰਕਾਰ ਸਿਰਫ ਪੂਰੀ ਅੱਖਾਂ ਦੇਖ ਕੇ ਕੇਂਦਰ ਸਰਕਾਰ ਵੱਲ ਵੇਖ ਰਹੀ ਹੈ ਕਿ ਜੋ ਉਹ ਦੇਣਗੇ ਤੇ ਇੰਡਸਟਰੀ ਉੱਠੇਗੀ। ਪਰ ਇਹ ਜਿਹੜਾ ਕਦਮ ਹੈ ਸਿਰਫ ਪੰਜਾਬ ਸਰਕਾਰ ਨੂੰ ਹੀ ਚੱਕਣਾ ਪਏਗਾ। ਇੱਕ ਲਾਸਟ ਵਿੱਚ ਪਨੀਤ ਜੀ ਹੋਰ ਸਵਾਲ, ਜਿੰਨਾ ਕਿ ਮੈਂ ਮਾਰਕੀਟ ਦਾ ਸਰਵੇ ਕੀਤਾ, ਕਈ ਜਿਹੜੇ ਇੰਡਸਟਰੀਅਲਿਸਟ ਜਿਨ੍ਹਾਂ ਦਾ ਅੱਛਾ ਪੂਰਾ ਸਰਕਲ ਸੀ, ਉਹ ਵਿਚਾਰੇ ਤਾਂ ਕਈ ਬੰਦੇ ਡਿਪਰੈਸ਼ਨ ਵਿੱਚ ਚਲ ਗਏ ਹੈਗੇ ਆ। ਕਈਆਂ ਦਾ ਉਹ ਪੇਮੈਂਟ ਬਲੌਕ ਹੋ ਗਈ, ਆਈ ਨਹੀਂ, ਮੁੜ ਕੇ ਕਿਤੇ ਦੇਣੀ ਹੈਗੀ। ਤਾਂ ਕਈਆਂ ਨੇ ਕਿਤੇ ਕਿਤੇ ਵੀ ਖਬਰਾਂ ਆਉਂਦੀਆਂ ਪੰਜਾਬ, ਹਰਿਆਣਾ, ਹਿਮਾਚਲ ਵਿੱਚ ਇੱਕ ਅੱਛੇ ਬਿਜ਼ਨਸਮੈਨ ਨੇ ਕਈਆਂ ਨੇ ਸੁਸਾਈਡ ਵੀ ਕਰ ਲਿਆ। ਜਿਵੇਂ ਜੇ ਬੰਬੇ ਤੁਸੀਂ ਦੇਖਿਓ ਸੁਸ਼ਾਂਤ ਸਿੰਘ ਰਾਜਪੂਤ ਦਾ ਕੱਲ ਦਾ ਇੰਸੀਡੈਂਟ ਜਿਹੜਾ ਦੇਖ ਲਓ, ਹਾਂਜੀ ਇਹ ਇਦਾਂ ਦੀਆਂ ਮਤਲਬ ਇੰਡਸਟਰੀਜ਼ ਬੜਾ ਬੋਲਡ ਹੁੰਦਾ, ਸੁਸਾਈਡਲ ਟੈਂਡੈਂਸੀਜ਼ ਕਿਉਂ ਆ ਜਾਂਦੀਆਂ, ਕਿਵੇਂ ਰੋਕਣੀਆਂ ਚਾਹੀਦੀਆਂ ਹੈਗੀਆਂ? ਦੇਖੋ ਇਦਾਂ ਹੁੰਦਾ ਹੈ ਬਾਰਾ ਜੀ ਕਿ ਜਦੋਂ ਅਸੀਂ ਗਰੋ ਕਰਦੇ ਹਾਂ, ਸਾਨੂੰ ਨਏ ਆਯਾਮ ਮਿਲਦੇ ਨੇ, ਸਾਨੂੰ ਨਈ ਸੀੜੀਆਂ ਮਿਲਦੀਆਂ ਚੜ੍ਹਨ ਨੂੰ, ਤੇ ਡੈਫੀਨੇਟਲੀ ਤੁਹਾਡੇ ਹੌਸਲੇ ਵੱਧਦੇ ਜਾਂਦੇ ਨੇ, ਤੁਹਾਡਾ ਦਾਇਰਾ ਵੱਧਦਾ ਜਾਂਦਾ ਹੈ, ਔਰ ਅਸੀਂ ਵੱਡੇ ਰਿਸਕ ਵੀ ਲੈਣਾ ਸ਼ੁਰੂ ਹੋ ਜਾਂਦੇ ਆਪਣੇ ਵਪਾਰ ਕਰਨ ਵਾਸਤੇ। ਲੇਕਿਨ ਇੱਕ ਛੋਟਾ ਜਿਹਾ ਕਦਮ ਜੇ ਤੁਹਾਡਾ ਥੱਲੇ ਨੂੰ ਜਾਂਦਾ ਹੈ ਤੇ ਕਈ ਵਾਰੀ ਨਾ ਸਾਡੇ ਵਾਸਤੇ ਟੈਨਸ਼ਨ ਪ੍ਰੈਸ਼ਰਸ ਬਹੁਤ ਵੱਡੇ ਆ ਜਾਂਦੇ ਨੇ। ਫਿਰ ਜਾਂਦਾ ਬੰਦਾ। ਮੈਂ ਤੇ ਹਮੇਸ਼ਾ ਕਹਿੰਦਾ ਕਿ ਜਿੱਡਾ ਵੱਡਾ ਸਰਕਲ ਹੈ ਉਹਦਾ ਓਡਾ ਵੱਡਾ ਰਿਸਕ ਵੀ ਹੈਗਾ। ਹਾਂ ਔਰ ਬਿਲਕੁਲ। ਜਿਹੜਾ ਵੱਡਾ ਬਿਜ਼ਨਸਮੈਨ ਨੇ, ਮੈਂ 2 ਮਹੀਨੇ ਦਾ ਸਾਡਾ ਲਾਕਡਾਊਨ ਹੋਇਆ ਹੈ, ਇੱਕ ਛੋਟੇ ਉਦਯੋਗ ਨੂੰ ਨੁਕਸਾਨ ਘੱਟ ਹੋਇਆ ਹੋਣਾ ਜੀ, ਵੱਡੇ ਉਦਯੋਗ ਨੂੰ ਵੱਡਾ ਨੁਕਸਾਨ ਹੋਇਆ ਹੋਣਾ, ਉਹਦੇ ਸਕੇਲ ਦੇ ਹਿਸਾਬ ਨਾਲ ਹੀ ਉਹਨੂੰ ਨੁਕਸਾਨ ਹੋਇਆ। ਲੇਕਿਨ ਤੁਹਾਡੀ ਸਹੀ ਪਰਖ ਤੁਹਾਡੇ ਮੈਂਟਲ ਐਟੀਟਿਊਡ ਨਾਲ ਹੀ ਪਤਾ ਲੱਗਦੀ ਹੈ। ਮੈਨੂੰ ਲੱਗਦਾ ਹੈ ਕਿ ਅੱਜ ਕੱਲ ਦੇ ਸਿਨੈਰੀਓ ਦੇ ਵਿੱਚ ਸਾਡਾ ਜੋ ਲਾਈਫ ਸਟਾਈਲ ਬਣ ਚੁੱਕਾ ਹੈ, ਉਹ ਲਾਈਫ ਸਟਾਈਲ ਟੈਨਸ਼ਨ, ਪ੍ਰੈਸ਼ਰ ਦਾ, ਸਟ੍ਰੈਸ ਦਾ ਬਹੁਤ ਜ਼ਿਆਦਾ ਹੈਗਾ। ਅਸੀਂ ਆਪਣੀ ਜ਼ਿੰਦਗੀ ਨੂੰ ਬਹੁਤ ਸਾਰੀ ਮਟੀਰੀਅਲਿਸਟਿਕ ਚੀਜ਼ਾਂ ਨੂੰ ਵੈਲਿਊ ਕਰਨ ਲੱਗ ਪਏ ਹਾਂ। ਮੈਨੂੰ ਲੱਗਦਾ ਹੈ ਕਿ ਸਾਨੂੰ ਆਪਣੇ ਜੀਵਨ ਸ਼ੈਲੀ ਨੂੰ ਥੋੜਾ ਚੇਂਜ ਕਰਨਾ ਪਏਗਾ। ਵਪਾਰ ਕਰਨਾ ਬਹੁਤ ਜ਼ਰੂਰੀ ਹੈ, ਲੇਕਿਨ ਜੀਵਨ ਜੀਣਾ ਨਾ ਛੱਡ ਦਈਏ ਅਸੀਂ। ਔਰ ਜਦ ਤੱਕ ਅਸੀਂ ਇਹ ਐਟੀਟਿਊਡ ਦੇ ਵਿੱਚ ਅਸੀਂ ਵੈਲਿਊ ਨਹੀਂ ਕਰਾਂਗੇ ਅਸੀਂ ਛੋਟੀ ਚੀਜ਼ਾਂ ਨੂੰ, ਤੁਸੀਂ ਰਿਚ ਕਦੋਂ ਹੋ? ਤੁਸੀਂ ਤਾਂ ਧਨਵਾਨ ਹੈਗੇ ਹੋ ਜਦੋਂ ਤੁਸੀਂ ਆਪਣਾ ਪੈਸਾ ਕਮਾਉਣ ਦੇ ਬਾਵਜੂਦ ਉਸ ਪੈਸਾ ਨੂੰ ਇੰਜੋਏ ਕਰਨ ਵਾਸਤੇ ਖੁਸ਼ ਵੀ ਹੈਗੇ ਹੋ। ਜੇ ਤੁਹਾਡੇ ਕੋਲ ਸਿਹਤ ਨਹੀਂ ਹੈ ਔਰ ਜੇ ਤੁਹਾਡੇ ਕੋਲ ਅੱਗੇ ਤੁਹਾਡੇ ਕੋਲ ਹੈਪੀਨੈਸ ਨਹੀਂ ਹੈ, ਤੁਹਾਡੇ ਕੋਲ ਖੁਸ਼ੀ ਨਹੀਂ ਹੈ ਉਸ ਪੈਸੇ ਦੀ, ਔਰ ਸਟ੍ਰੈਸ ਔਰ ਟੈਨਸ਼ਨ ਜ਼ਿਆਦਾ ਹੈ, ਤੇ ਡੈਫੀਨੇਟਲੀ ਇੱਕ ਸੁਸਾਈਡਲ ਐਟੀਟਿਊਡ ਤੁਹਾਡੇ ਮਾਈਂਡ 'ਚ ਬਹੁਤ ਜ਼ਿਆਦਾ ਆ ਜਾਂਦਾ ਹੈ। ਔਰ ਮੈਨੂੰ ਲੱਗਦਾ ਹੈ ਕਿ ਵਪਾਰੀਆਂ ਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਇਹ ਸਿਰਫ ਨੁਕਸਾਨ ਜਾਂ ਕੋਈ ਦਿੱਕਤ ਪਰੇਸ਼ਾਨੀ ਸਿਰਫ ਉਹਨਾਂ ਦੇ ਵਪਾਰ ਨਹੀਂ ਹੈ। ਮੈਂ ਇਸ ਪੈਰਾਡਾਇਮਿਕ ਸਿਚੁਏਸ਼ਨ ਦੇ ਵਿੱਚ ਬਹੁਤ ਚੰਗੇ ਵਪਾਰੀ ਦੇਖੇ ਨੇ ਜਿਨ੍ਹਾਂ ਨੇ ਕਦੀ ਬੈਂਕਾਂ ਦੀ ਲਿਮਟਾਂ ਯੂਜ਼ ਨਹੀਂ ਕੀਤੀਆਂ ਸੀਗੀਆਂ। ਉਹਨਾਂ ਦੇ ਵੀ ਸਾਨੂੰ ਫੋਨ ਆ ਰਹੇ ਨੇ ਕਿ ਯਾਰ ਬੈਂਕ ਦੀ ਲਿਮਿਟ ਲੈਣੀ ਪੈਣੀ ਹੈ, ਸਾਡੇ ਸਰਕਲ ਰੁਕ ਗਏ ਨੇ। ਅੱਛੇ ਐਕਸਪੋਰਟਰ ਸੀਗੇ ਨੇ, ਉਹਨਾਂ ਦੇ ਬਹੁਤ ਅੱਛੀਆਂ ਪਾਰਟੀਆਂ ਸੀਗੀਆਂ ਜਿਨ੍ਹਾਂ ਨੇ ਆਵਾਜ਼ ਆ ਰਹੀ ਜੀ, ਹਾਂ ਹਾਂਜੀ, ਜਿਨ੍ਹਾਂ ਦੇ ਬਹੁਤ ਅੱਛੇ ਪਾਰਟੀਆਂ ਸੀਗੀਆਂ, ਉਹ ਡੀਪੀ ਸਾਈਟ ਤੇ ਕੰਮ ਕਰਦੀਆਂ ਸੀਗੀਆਂ। ਉਹਨਾਂ ਨੇ ਵੀ 3 ਮਹੀਨੇ 6 ਮਹੀਨੇ ਦੇ ਉਧਾਰ ਮੰਗਣੇ ਸ਼ੁਰੂ ਕਰਦੇ ਨੇ, ਜਿਹੜੇ ਆਊਟ ਆਫ ਇੰਡੀਆ ਵੀ ਪਾਰਟੀ ਹੈਗੀਆਂ।
ਤੇ ਮੈਨੂੰ ਇਹ ਲੱਗਦਾ ਹੈ ਹਾਂਜੀ ਕਿ ਸਾਨੂੰ ਪੇਸ਼ੈਂਸ ਰੈਜ਼ਰਵੈਂਸ ਬਹੁਤ ਜ਼ਿਆਦਾ ਰੱਖਣ ਦੀ ਲੋੜ ਹੈ, ਸਾਰੇ ਬਿਜ਼ਨਸਮੈਨ ਨੂੰ, ਸਾਰੇ ਵਪਾਰੀਆਂ ਨੂੰ ਵੀ। ਔਰ ਮੈਂ ਸਭ ਨੂੰ ਇਹ ਰਿਕੁਐਸਟ ਕਰਾਂਗਾ ਕਿ ਆਪਣੇ ਮੈਂਟਲ ਐਟੀਟਿਊਡ ਨੂੰ ਹੋਰ ਸਟਰੋਂਗ ਬਣਾਈਏ। ਇਸ ਤਰੀਕੇ ਦੇ ਸੁਸਾਈਡਲ ਜਿਹੜੇ ਐਟਰੀਬਿਊਟਸ ਹੈਗੇ ਨੇ ਜਾਂ ਥਾਟਸ ਹੈਗੇ ਨੇ ਆਪਣੇ ਮਨ 'ਚ ਕਦੀ ਨਾ ਲੈ ਕੇ ਆਈਏ। ਦਿੱਕਤ ਪਰੇਸ਼ਾਨੀ ਆਉਂਦੀ ਹੈ। ਇਫ ਦਾ ਟਾਈਮਸ ਆਰ ਟਫ, ਸ਼ੋ them that you are tougher। ਤੇ ਇਹ ਦਿਸ ਇਜ਼ ਵੈਰੀ ਥੈਂਕ ਯੂ ਇੰਪੋਰਟੈਂਟ ਵੈਰੀ ਥਿੰਗ। ਮਚ। ਅਸੀਂ ਗੱਲਬਾਤ ਕਰਾਂਗੇ ਹੋਰ ਟੌਪਿਕਸ ਤੇ ਵੀ। ਬਹੁਤ ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਬਹੁਤ ਥੈਂਕ ਯੂ ਵੈਰੀ ਮਚ। ਥੈਂਕ ਯੂ। ਥੈਂਕ ਯੂ।